गुरु नानक परसोतमं परम पुरावर नाथ। जुगल चरण मम बंदना धर पार धर कार माथ। जुगल चरण मम बंदना धर पार धर कार माथ। परम सन्मानयोग सतगुरां दी साजी निवाजी गुरु प्यारी गुरु रूप खालसा साध संगत जीओ, ਵੱਡਿਆਂ ਭਾਗਾਂ ਵਾਲੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀ ਭਰਦਿਆਂ ਹੋਇਆ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਪ੍ਰੇਮ ਸਹਿਤ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਅੰਦਰ ਜੁੜ ਕਰਕੇ ਅਰਦਾਸ ਬੇਨਤੀ ਜੋਦਰੀ ਕੀਤੀ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਉਪਰੰਤ ਪਾਵਨ ਸਥਾਨ ਤੇ ਜੋ ਲੜੀਵਾਰ ਕਥਾ ਗੁਰ ਇਤਿਹਾਸ ਦੀ ਚੱਲ ਰਹੀ ਹੈ, ਇਸ ਨੂੰ ਸ਼ਰਵਣ ਕਰਨ ਵਾਸਤੇ ਗੁਰੂ ਕੇ ਚਰਨਾਂ ਵਿੱਚ ਜੁੜ ਬੈਠੇ ਹਾਂ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਰਤ ਨੂੰ ਇਕਾਗਰ ਕਰੀਏ। ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜਦਿਆਂ ਹੋਇਆਂ ਪ੍ਰੇਮ ਸਹਿਤ ਗੁਰਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਵੇ। ਸਾਰੀ ਸੰਗਤ ਪ੍ਰੇਮ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਆਪਾਂ ਲੜੀਵਾਰ ਰੂਪ ਵਿੱਚ ਸ਼ਰਵਣ ਕਰ ਰਹੇ ਹਾਂ। ਇਸ ਦੇ ਵਿੱਚੋਂ ਪ੍ਰਸੰਗ ਸ਼ਰਵਣ ਕਰ ਰਹੇ ਸੀ ਕਿ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਬ੍ਰਿਜ ਭੂਮੀ ਵਿੱਚ ਭਾਵ ਕਿ ਮਥੁਰਾ ਬਿੰਦਰਾਵਨ ਆਦਿਕ ਜਿਹੜੇ ਨਗਰ ਹਨ, ਜਿਨ੍ਹਾਂ ਦਾ ਸੰਬੰਧ ਸ੍ਰੀ ਕ੍ਰਿਸ਼ਨ ਜੀ ਦੇ ਨਾਲ ਹੈ ਤੇ ਹਿੰਦੂ ਧਰਮ ਦੇ ਤੀਰਥ ਮੰਨੇ ਜਾਂਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਇਲਾਕੇ ਵਿੱਚ ਵਿਚਰ ਰਹੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਥੁਰਾ ਬਿੰਦਰਾਵਨ ਦੇ ਇਲਾਕੇ ਵਿੱਚ ਪਹੁੰਚੇ ਨੇ, ਉੱਥੇ ਕੋਈ ਮੇਲਾ ਲੱਗਿਆ ਹੋਇਆ ਹੈ ਤੇ ਬਹੁਤ ਸਾਰੇ ਲੋਕ ਮੇਲੇ ਵਿੱਚ ਸ਼ਾਮਲ ਹੋ ਰਹੇ ਨੇ। ਉਹਨਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਜਿਹੜੇ ਬੱਚੇ ਹਨ, ਨੌਜਵਾਨ ਲੜਕੇ ਲੜਕੀਆਂ ਜਿਹੜੇ ਨੇ, ਉਹਨਾਂ ਨੇ ਸ੍ਰੀ ਕ੍ਰਿਸ਼ਨ ਤੇ ਰਾਧਾ ਦਾ ਭੇਖ ਧਾਰਨ ਕੀਤਾ ਹੋਇਆ ਹੈ। ਆਪਣਾ ਜਿਹੜਾ ਰੂਪ ਰੰਗ ਹੈ ਉਹ ਕ੍ਰਿਸ਼ਨ ਜੀ ਵਰਗਾ ਤੇ ਰਾਧਾ ਵਰਗਾ ਬਣਾਇਆ ਹੋਇਆ ਹੈ। ਉਹ ਨੱਚ ਰਹੇ ਹਨ, ਉੱਚੀ ਉੱਚੀ ਰੌਲਾ ਪਾ ਰਹੇ ਨੇ। ਹੁਣ ਕਹਿਣ ਨੂੰ ਤਾਂ ਉਹ ਭਗਤੀ ਕਰ ਰਹੇ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਕ੍ਰਿਸ਼ਨ ਜੀ ਦੀ ਭਗਤੀ ਕਰ ਰਹੇ ਹਾਂ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣਦੇ ਨੇ ਕਿ ਕ੍ਰਿਸ਼ਨ ਭਗਤੀ ਦੇ ਨਾਮ ਦੇ ਉੱਤੇ ਅਸਲ ਵਿੱਚ ਲੋਕ ਦਿਖਾਵਾ ਕਰ ਰਹੇ ਹਨ। ਇਹਨਾਂ ਦੇ ਮਨ ਮਲੀਨ ਹਨ ਤੇ ਮਨ ਵਿੱਚ ਭੈੜੀਆਂ ਵਿਚਾਰਾਂ ਹਨ। ਦਿਖਾਵਾ ਧਰਮ ਦਾ ਹੈ। ਭੇਖ ਤਾਂ ਕ੍ਰਿਸ਼ਨ ਜੀ ਦਾ ਬਣਾਇਆ ਹੈ, ਰਾਧਾ ਦਾ ਬਣਾਇਆ ਹੋਇਆ, ਪਰ ਮਨ ਦੀਆਂ ਬਿਰਤੀਆਂ ਜਿਹੜੀਆਂ ਨੇ ਉਹ ਪਸ਼ੂਆਂ ਤੋਂ ਵੀ ਬੱਤਰ ਨੇ। ਤੇ ਉਹਨਾਂ ਨੂੰ ਜਦੋਂ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਲੋਕਾਂ ਨੇ ਕਿਹਾ, ਜਿਹੜੇ ਲੋਕ ਉੱਥੋਂ ਦੇ ਸਿਆਣੇ ਸਨ, ਕਹਿੰਦੇ ਜੀ ਇਹ ਸਮਾਂ ਹੀ ਕਲਯੁਗ ਦਾ ਹੈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪਾਵਨ ਸ਼ਬਦ ਉਚਾਰਨ ਕਰਕੇ ਮੱਤ ਦਿੱਤੀ, ਸਮਝਾਉਣਾ ਕੀਤਾ ਕਿ ਭਾਈ ਕਲਯੁਗ ਕੋਈ ਇਸ ਤਰ੍ਹਾਂ ਦਾ ਕੋਈ ਮਨੁੱਖ ਨਹੀਂ ਹੈ ਜਿਹੜੇ ਅਸੀਂ ਸਮੇਂ ਦਾ ਨਾਮ ਕਲਯੁਗ ਰੱਖ ਦਿੱਤਾ ਹੈ। ਪਰ ਸਾਹਿਬ ਨੇ ਕਿਹਾ ਮੈਂ ਨਹੀਂ ਕਿਤੇ ਸੁਣਿਆ ਕਿ ਕਿਤੇ ਦੇਸ਼ ਵਿੱਚ ਕਲਯੁਗ ਆ ਕੇ ਕਿਤੇ ਦਰਸ਼ਨ ਉਹਨੇ ਦਿੱਤੇ ਹੋਣ, ਦਿਖਾਈ ਦਿੱਤਾ ਹੋਵੇ, ਜਾਂ ਕਿਤੇ ਉਹ ਘਰ ਬਣਾ ਕੇ ਬੈਠਾ ਹੋਵੇ, ਜਾਂ ਕਲਯੁਗ ਕਿਸੇ ਤੀਰਥ ਤੇ ਬੈਠਾ ਹੋਵੇ। ਗੁਰੂ ਸਾਹਿਬ ਕਹਿੰਦੇ ਮੈਂ ਕਿਤੇ ਨਹੀਂ ਵੇਖਿਆ। ਅਸਲ ਵਿੱਚ ਬੰਦੇ ਦਾ ਸੁਭਾਅ ਖੁਦਗਰਜ਼ੀਆਂ ਵਾਲਾ ਹੋ ਗਿਆ ਹੈ, ਬੰਦੇ ਦਾ ਸੁਭਾਅ ਸਵਾਰਥੀ ਹੋ ਗਿਆ ਹੈ ਤੇ ਖੁਦਗਰਜ਼ੀ ਭਰਿਆ ਜੀਵਨ ਹੀ ਗੁਰੂ ਸਾਹਿਬ ਕਹਿੰਦੇ ਇਹ ਕਲਯੁਗ ਹੈ। ਸਮਾਂ ਨਹੀਂ ਕਲਯੁਗ, ਸਮਾਂ ਤਾਂ
ਇਸੇ ਸਮੇਂ ਵਿੱਚ ਰੱਬ ਦੇ ਪਿਆਰੇ ਵੀ ਹੁੰਦੇ ਨੇ, ਬੰਦਗੀ ਕਰਨ ਵਾਲੇ ਵੀ ਨੇ। ਇਹ ਸਮਾਂ ਨਹੀਂ ਮਾੜਾ, ਅਸਲ ਵਿੱਚ ਬੰਦੇ ਦੀਆਂ ਕਰਤੂਤਾਂ ਤੇ ਬੰਦੇ ਦਾ ਸੁਭਾਅ ਮਾੜਾ ਹੈ। ਤਾਂ ਕਰਕੇ ਹੁਣ ਬੰਦਾ ਆਪਣੇ ਸੁਭਾਅ ਦੀ ਤਾਂ ਗੱਲ ਨਹੀਂ ਕਰਦਾ ਕਿ ਮੈਂ ਆਪਣੇ ਕਰਮਾਂ ਕਰਕੇ ਮਾੜਾ ਹੋ ਗਿਆ, ਤੇ ਸਗੋਂ ਸਮੇਂ ਨੂੰ ਦੋਸ਼ ਦੇ ਦਿੱਤਾ ਜਾਂਦਾ ਹੈ ਜੀ ਸਮਾਂ ਹੀ ਮਾੜਾ ਹੈ। ਹੁੰਦਾ ਆਪਣਾ ਜੀਵਨ ਮਾੜਾ ਹੈ, ਆਪਣੇ ਜੀਵਨ ਦੀਆਂ ਕਰਤੂਤਾਂ ਬੰਦੇ ਦੀਆਂ ਭੈੜੀਆਂ ਹੁੰਦੀਆਂ ਨੇ, ਪਰ ਸਮੇਂ ਨੂੰ ਦੋਸ਼ ਦੇ ਕੇ ਆਪਣੇ ਆਪ ਨੂੰ ਬੰਦਾ ਵਰੀ ਕਰਨ ਦਾ ਯਤਨ ਕਰਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕਹਿਣ ਲੱਗੇ ਭਾਈ ਇਹ ਕਲਯੁਗ ਦਾ ਸੁਭਾਅ ਹੀ ਐਸਾ ਹੈ, ਇੱਥੇ ਜਿਹੜਾ ਸੱਚ ਦੇ ਰਸਤੇ ਤੇ ਤੁਰਦਾ ਹੈ, ਇਹ ਸਮੇਂ ਦਾ ਲੋਕਾਂ ਦਾ ਸੁਭਾਅ ਐਸਾ ਬਣ ਚੁੱਕਾ ਹੈ, ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਲੋਕੀ ਨਿੰਦਦੇ ਹਨ, ਉਹਨਾਂ ਨੂੰ ਕੁਰਾਈਆ ਆਖਦੇ ਨੇ। ਪਰ ਜਿਹੜਾ ਝੂਠ ਬੋਲਦਾ ਹੈ, ਜਿਹੜਾ ਭੈੜੇ ਕਰਮ ਕਰਦਾ ਹੈ, ਉਹ ਸੰਸਾਰ ਵਿੱਚ ਪ੍ਰਵਾਨ ਹੁੰਦਾ ਹੈ, ਕਿਉਂਕਿ ਲੋਕ ਆਪਣੇ ਵਰਗੇ ਲੋਕਾਂ ਨੂੰ ਵੇਖਣਾ ਚਾਹੁੰਦੇ ਨੇ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਅੱਜ ਦੇ ਸਮੇਂ ਵਿੱਚ ਕੋਈ ਮਨੁੱਖ ਨਹੀਂ ਚਾਹੁੰਦਾ ਕਿ ਹਰੇਕ ਦਾ ਬੱਚਾ ਬਿਲਕੁਲ ਸੱਚ ਬੋਲੇ। ਜਿਹੜਾ ਬੱਚਾ ਹਰੇਕ ਗੱਲ ਸੱਚ ਬੋਲਦਾ, ਅਸੀਂ ਕਹਿੰਦੇ ਇਸ ਬੱਚੇ ਨੂੰ ਬਹੁਤੀ ਅਕਲ ਨਹੀਂ, ਇਹ ਸਿੱਧਾ ਸਾਦਾ ਹੈ, ਉਹਨੂੰ ਇਹ ਸ਼ਬਦ ਵਰਤਿਆ ਜਾਂਦਾ, ਇਹਨੂੰ ਸੰਸਾਰ ਨਾਲ ਵਿਚਰਨਾ ਨਹੀਂ ਆਉਂਦਾ, ਇਹਨੂੰ ਚਲਾਕੀਆਂ ਨਹੀਂ ਕਰਨੀਆਂ ਆਉਂਦੀਆਂ। ਇਹ ਸੁਭਾਅ ਹੈ ਕੁਦਰਤ ਦਾ, ਇਹ ਸਮਾਜ ਦੇ ਵਿੱਚ ਅੱਜ ਦੇ ਸਮੇਂ ਦਾ, ਜਿਹਨੂੰ ਗੁਰੂ ਸਾਹਿਬ ਨੇ ਕਲਯੁਗ ਦਾ ਸੁਭਾਅ ਕਿਹਾ। ਸਮੇਂ ਨੂੰ ਨਹੀਂ ਮਾੜਾ, ਗੁਰੂ ਸਾਹਿਬ ਜੀ ਕਹਿੰਦੇ ਕਿਹਾ ਬੰਦੇ ਦਾ ਸੁਭਾਅ ਹੀ ਮਾੜਾ ਹੋ ਗਿਆ, ਇਹੀ ਕਲਯੁਗ ਹੈ। ਹਰੇਕ ਬੰਦਾ ਚਾਹੁੰਦਾ ਹੈ ਕਿ ਸਾਡਾ ਬੱਚਾ ਜਿਹੜਾ ਹੈ ਇਹ ਬਹੁਤ ਜ਼ਿਆਦਾ ਚੁਸਤ ਚਲਾਕ ਹੋਵੇ, ਦੂਸਰੇ ਨੂੰ ਮੂਰਖ ਬਣਾ ਸਕਦਾ ਹੋਵੇ। ਇਹ ਨਹੀਂ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਵਿੱਚ ਸਦਗੁਣ ਹੋਣ, ਇਮਾਨਦਾਰੀ ਹੋਵੇ, ਨਿਮਰਤਾ ਹੋਵੇ, ਪ੍ਰੇਮ ਹੋਵੇ। ਇਹ ਚੀਜ਼ਾਂ ਬੰਦਾ ਚਾਹੁੰਦਾ ਹੀ ਨਹੀਂ। ਉਹ ਜਿਵੇਂ ਸਿਆਣੇ ਕਹਿੰਦੇ ਨੇ, ਕਹਿੰਦੇ ਕੋਈ ਰੱਬ ਦਾ ਪਿਆਰਾ ਜਨਮ ਤਾਂ ਲਵੇ, ਪਰ ਲਵੇ ਗੁਆਂਢੀਆਂ ਦੇ ਘਰ, ਸਾਡੇ ਘਰ ਨਾ ਲੈ ਲਵੇ। ਸਾਡੇ ਘਰ ਨਾ ਕਿਤੇ ਰੱਬ ਦਾ ਕੋਈ ਪਿਆਰਾ ਆ ਜਾਵੇ। ਅਸੀਂ ਤਾਂ ਸੰਸਾਰ ਦੇ ਵਿੱਚ ਚੁਸਤ ਚਲਾਕ ਐਸਾ ਮਨੁੱਖ ਬਣਾਉਣਾ ਚਾਹੁੰਦੇ ਹਾਂ ਜਿਹੜਾ ਮਨੁੱਖ ਦੂਸਰਿਆਂ ਨੂੰ ਮੂਰਖ ਬਣਾ ਸਕੇ। ਜਿੰਨਾ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ, ਉਹਨੂੰ ਸੰਸਾਰ ਦੇ ਲੋਕੀ ਕਹਿੰਦੇ ਨੇ ਬੜਾ ਹੀ ਸਿਆਣਾ ਹੈ। ਤੇ ਗੁਰੂ ਸਾਹਿਬ ਜੀ ਨੇ ਇਸੇ ਕਰਕੇ ਹੀ ਕੱਲ ਜਿਹੜਾ ਆਪਾਂ ਸ਼ਬਦ ਵਿਚਾਰਿਆ ਸੀ, ਉਹਦੇ ਵਿੱਚ ਜ਼ਿਕਰ ਕੀਤਾ। ਸਾਹਿਬ ਨੇ ਕਿਹਾ, ਜੇ ਕੋ ਸਤ ਕਰੇ ਸੋ ਛੀਪੈ, ਤਪ ਕਰ ਤਪ ਨਾ ਹੋਈ। ਜੇ ਕੋਈ ਸੱਚ ਦੇ ਰਸਤੇ ਤੇ ਚੱਲਦਾ ਹੈ, ਉਹ ਘਾਟੇ ਵਿੱਚ ਜਾਂਦਾ ਹੈ। ਤੇ ਜਿਹੜੇ ਮਨੁੱਖ ਤਪੀ ਕਹਾਉਂਦੇ ਨੇ, ਜਿਹੜੇ ਤਪ ਕਰਨ ਵਾਲੇ ਕਹਾਉਂਦੇ ਨੇ, ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਮਨ ਵਿੱਚ ਨਾ ਬੰਦਗੀ ਹੈ, ਨਾ ਤਪ ਹੈ। ਕਹਾ ਰਹੇ ਹਨ ਕਿ ਅਸੀਂ ਬਹੁਤ ਬੰਦਗੀ ਕਰਨ ਵਾਲੇ ਹਾਂ, ਭਗਤੀ ਕਰਨ ਵਾਲੇ ਹਾਂ, ਪਰ ਉਹਨਾਂ ਦੇ ਮਨ ਵਿੱਚ ਤਪ ਹੈ ਹੀ ਨਹੀਂ, ਭਗਤੀ ਹੈ ਹੀ ਨਹੀਂ। ਜੇ ਕੋ ਨਾਉ ਲਏ ਬਦਨਾਮੀ, ਜੇ ਕੋਈ ਸੱਚਮੁੱਚ ਵਾਹਿਗੁਰੂ ਜੀ ਦਾ ਨਾਮ ਲੈਂਦਾ, ਉਹਦੀ ਬਦਨਾਮੀ ਸੰਸਾਰ ਕਰਦਾ ਹੈ। ਜੇ ਕੋਈ ਜੁੜਿਆ ਹੋਇਆ ਹੈ ਵੀ ਸੰਸਾਰ ਵਿੱਚ, ਸੱਚ ਰਸਤੇ ਤੇ ਤੁਰਨ ਵਾਲਾ, ਉਹਦੀ ਸੰਸਾਰ ਵਿੱਚ ਬਦਨਾਮੀ ਹੁੰਦੀ ਹੈ। ਕਲ ਕੇ ਲੱਖਣ ਇਹੀ, ਗੁਰੂ ਸਾਹਿਬ ਕਹਿੰਦੇ ਇਹੀ ਅਸਲ ਵਿੱਚ ਕਲਯੁਗ ਦੇ ਲੱਛਣ ਨੇ, ਕਿ ਸੱਚ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਨਿੰਦਣਾ ਤੇ ਝੂਠ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਸੰਸਾਰ ਵਡਿਆਉਂਦਾ ਹੈ। ਇਹ ਕਲਯੁਗ ਦੇ ਲੱਛਣ ਨੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਹੈ। ਆਓ ਅੱਗੇ ਵੀ ਇਹ ਪ੍ਰਸੰਗ ਚੱਲ ਰਿਹਾ ਹੈ, ਆਪਾਂ ਪ੍ਰੇਮ ਸਹਿਤ ਵਿਚਾਰਨਾ ਕਰੀਏ। ਦੋਹਰਾ ਸਤਿਯੁਗ ਪਾਪੀ ਏਕ ਤੇ, ਦੇਸ ਮਾਰੀਏ ਸੋਏ। ਤ੍ਰੇਤੇ ਨਗਰੀ ਪੀੜੀਐ, ਦੁਆਪਰ ਕੁਲ ਅਗ ਹੋਏ। ਹੁਣ ਕਲਯੁਗ ਦੀ ਬਹੁਤ ਨਿੰਦਿਆ ਹੋਈ ਜੀ, ਇਹ ਸਮਾਂ ਜਿਹੜਾ ਹੈ ਬਹੁਤ ਮਾੜਾ ਹੈ। ਪਰ ਗੁਰੂ ਸਾਹਿਬ ਕਹਿੰਦੇ ਇਹ ਸਮਾਂ ਹੈ ਬਹੁਤ ਚੰਗਾ। ਕਿਉਂ? ਕਿਉਂਕਿ ਜਿਹੜਾ ਸਤਿਯੁਗ ਸੀ, ਸਤਿਯੁਗ ਦੇ ਵਿੱਚ ਜੇ ਕੋਈ ਬੰਦਾ ਇੱਕ ਜਣਾ ਪਾਪ ਕਰਦਾ ਸੀ ਤਾਂ ਸਾਰੇ ਦੇਸ਼ ਨੂੰ ਮਾਰ ਪੈਂਦੀ ਸੀ। ਗਲਤੀ ਇੱਕ ਦੀ ਹੁੰਦੀ ਸੀ ਤੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ। ਤ੍ਰੇਤੇ ਯੁੱਗ ਦੇ ਵਿੱਚ ਕਹਿੰਦੇ ਜਿਸ ਵੇਲੇ ਨਗਰ ਦੇ ਵਿੱਚੋਂ ਕੋਈ ਇੱਕ ਮਨੁੱਖ ਨੇ ਗਲਤੀ ਕਰ ਦੇਣੀ ਤੇ ਸਾਰੇ ਨਗਰ ਨੂੰ ਸਜ਼ਾ ਭੁਗਤਣੀ ਪੈਂਦੀ ਸੀ। ਦੁਆਪਰ ਦੇ ਵਿੱਚ ਕੀ ਹੋਇਆ? ਦੁਆਪਰ ਦੇ ਸਮੇਂ ਵਿੱਚ ਜੇ ਕੋਈ ਮਨੁੱਖ ਪਾਪ ਕਰਦਾ ਸੀ, ਉਹਦੀ ਸਾਰੀ ਕੁੱਲ ਨੂੰ, ਸਾਰੇ ਪਰਿਵਾਰ ਨੂੰ ਹੀ ਉਹਨੂੰ ਸਜ਼ਾ ਦਿੱਤੀ ਜਾਂਦੀ ਸੀ। ਗਲਤੀ ਇੱਕ ਕਰਦਾ ਸੀ ਪਰ ਸਜ਼ਾ ਸਾਰੇ ਪਰਿਵਾਰ ਨੂੰ ਮਿਲਣੀ। ਚੌਪਈ ਕਲਯੁਗ ਪਾਪ ਕਰੈ ਸੋ ਪਾਵਤ, ਪੁਨ ਸਤਿਗੁਰ ਜਿਹ ਕੋ ਬਖਸ਼ਾਵਤ।
कलयुग का समा इस करके चंगा है क्योंकि जिहड़ा मनुख पाप करता है वो पाप का फल उसे नूं ही भुगतना पैंदा है, दूसरे नूं नहीं भुगतना पैंदा। अपने कीते कर्मां दा बंदे नूं आप ही फल भुगतना पैंदा है, ना उहदे परिवार नूं भुगतना पैंदा है, ना समाज नूं भुगतना पैंदा है। जिहड़ा मनुख जिवें दा काम करेगा उहदा फल उहनूं आप ही भुगतना पएगा। ते इह कलयुग दा समा चंगा भी है क्योंकि जे इस समय में जे सतगुरु के चरणों में कोई जुड़ जाए, गुरु साहब जे बख्श देन, सतगुरु गुरु नानक साहब महाराज की किसी ते कृपा हो जाए, धर्म राए दर कागद फारे जन नानक लेखा समझा, गुरु साहब बख्शा भी देंदे ने। इत्थे लेखा देन भी नहीं देना भी नहीं पैंदा जे गुरु के चरनी कोई सिख पै जाए। ये समा इस करके चंगा है क्योंकि पूरे गुरु का संग करदे मनुख का भला हो जाता है। नामदान दे करे उधारा, इस विने अपरन को उपचारा। गुरु साहब की कृपा करते ने, अपने प्यारिਆਂ ਨੂੰ नाम की दात दे के जमा की मार तो बचा लेंदे, क्योंकि जिथे गुरु का नाम वसदा है, जिथे गुरु साहब की महिमा वसदी है, उस नाम की महिमा के नेड़े जमदूत नहीं आउंदे। संसार के दुख भी दूर भज जाते हैं। गुरु की बाणी दे भी आपां बचन पढ़ते हैं, प्रताप तुम्हारा देख के जमदूत छड़ जाही। गुरु के नाम विच इन्ना प्रताप है, गुरु की वडियाई इन्नी वड्डी है। गुरु के नाम का प्रताप देख के जमदूत भी दूर भज जाते हैं। इस करके कवि जी लिखते हैं कि गुरु साहब ने समझाया कि कलयुग का समा बहुत चंगा है क्योंकि इस समय में जे कोई भगती करे, गुरु के चरनी पै जाए तो सतगुरु कृपा करके उन्होंने जमा की मार तो भी बचा लेंदे ने। पर इस तो सिवाय दूसरा कोई रस्ता नहीं जिहदे नाल बंदे दा भला हो सके। वेद अथर्वण मत कर सब ही, हर कीर्त जग देवत आवही। अथर्वण वेद दे विच जिहदे विच पूजा पाठ दी विधि लिखी है, जादू टूणे वगैरह जो उहदे विच लिखे हुए ने, वो सारा कुछ हुण पिछे रह गया है। इस युग विच केवल परमात्मा दे नाम की कीर्ति जिहड़ी है, रब दे नाम की वडियाई ही सब तो उच्ची है। नावण धोवण बिरथा सारे, राग द्वैख मल नहीं उतारे। ये समा ऐसा है, गुरु साहब कहते भाई इत्थे बहुता तीर्थां ते नहाउणा धोना ये सब विरथ है, इहदे विचों कोई प्राप्ति नहीं हुंदी क्योंकि तीर्थ नहावन जाओ, तीर्थ नाम है। नाम सब तो बड़ा तीर्थ है। तीर्थ शब्द विचार अंतर ज्ञान है। गुरु साहब ने कहा लोकी बड़े बड़े पुरबां ते जदों बड़े पुरब होण, दशहरे होण, दशहरे का भाव हुंदा है जिस दिन 10 पुरब एक दिन इकट्ठे हो जाण, उहनूं दशहरा कहा जाता है। हुण गुरु साहब कहंदे गुरु के चरनां विच आउणा, गुरु के चरनां विच जुड़ के बाणी नूं सुनना ते पढ़ना इस तरह है जिवें 10 पुरबां ते इकट्ठियां इशनान कर लिया जाए। गुर ज्ञान साचा थान तीरथ 10 पुरब सदा दसारा। गुरु के चरनां विच आके जिहड़ा नाम दा इशनान है इस तरह है जिवें 10 पुरब सदा दसारा, गुरु के चरनां में सदा ही दुसहरा लग्या रहिंदा। भाव कि इन्ना मान है, इन्नी वडियाई मिलती है। तो गुरु साहब ने समझाया, कहन लगे भाई जे बंदा बाहरों ही कला नहाउंदा रहे, नहावन धोवन बिरथा सारे, राग द्वैख मल नहीं उतारे, दे नाल बंदे दे मन की मैल नहीं उतरदी। सच ना कमावो होए ना सोचो, सच नाम कर बंधन मोचो। जदों तक मनुख सच नहीं कमाउंदा, सच दे रस्ते ते नहीं तुरदा, उन्ना चिर बंदे दा जीवन पवित्र नहीं हो सकता। ते सच ही है, परमात्मा जी का नाम ही है जिहड़ा बंदे दे बंधनां दा नाश करदा है। मन मलीन तन करे पखंडा, से नर सह अधक जम डंडा। जिस मनुख दे मन विच मैल भरी पई है, मलीन मन है, ते बाहरों धर्म के नाम ते बंदा पखंड भी करी जाता है, उस मनुख नूं जमां दी बहुती मार पैंदी है क्योंकि वो दिखावा करके लोगों नूं भरमां विच पाउंदा है। ते गुरु साहब जी ने सिख नूं दिखावे तो वर्जिया है कि भाई दिखावा ना बहुता कर, क्योंकि संसार के लोगों नूं खुश करने वास्ते बंदा दिखावा करता है। ये दिखाण वास्ते मैं धर्म के काम कर रहा हाँ तां दिखावा करता है,
ਤੇ ਬਾਬਾ ਕਬੀਰ ਜੀ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ। ਲੋਕਾਂ ਨੂੰ ਪਤੀਜ ਲੈਣ ਦੇ ਨਾਲ, ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਕੀ ਪ੍ਰਾਪਤ ਹੋ ਜਾਏਗਾ? ਲੋਕ ਪਤੀਣੇ ਕਛੂ ਨਾ ਹੋਵੇ, ਨਾ ਹੀ ਰਾਮ ਇਆਣਾ। ਕਿਉਂਕਿ ਪ੍ਰਮਾਤਮਾ ਜੀ ਸਾਡੇ ਕਰਮਾਂ ਤੋਂ ਅਣਜਾਣ ਹੈ ਹੀ ਨਹੀਂ। ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੈ ਕਿ ਮਨੁੱਖ ਅਸਲ ਵਿੱਚ ਕੀ ਹੈ ਤੇ ਕਰਦਾ ਕੀ ਹੈ। ਇਸੇ ਕਰਕੇ ਗੁਰਮਤਿ ਵਿੱਚ ਕਹਿਣੀ ਨਾਲੋਂ ਕਰਨੀ ਪ੍ਰਧਾਨ ਹੈ। ਇੱਥੇ ਜੋ ਮਨੁੱਖ ਦਾ ਕਿਰਦਾਰ ਹੈ, ਜੋ ਪ੍ਰੈਕਟੀਕਲੀ ਜੀਵਨ ਹੈ, ਜੋ ਬੰਦਾ ਜੀਵਨ ਵਿੱਚ ਸੱਚਮੁੱਚ ਕਮਾ ਰਿਹਾ ਹੈ, ਉਹਦੇ ਮੁੱਲ ਪੈਂਦਾ ਹੈ। ਤੇ ਜਿਹੜਾ ਮਨੁੱਖ ਦਿਖਾਵੇ ਦੇ ਤੌਰ ਤੇ ਤਾਂ ਚੰਗੇ ਚੰਗੇ ਕੰਮ ਕਰਦਾ ਹੈ, ਪਰ ਅਸਲ ਵਿੱਚ ਮਨ ਮਲੀਨ ਹੋਵੇ, ਮਨ ਮਲੀਨ ਤਨ ਕਰੇ ਪਖੰਡਾ। ਮਨ ਮਲੀਨ ਹੈ ਪਰ ਬਾਹਰੋਂ ਪਖੰਡ ਕਰਦਾ ਹੈ। ਸੇ ਨਰ ਸਹਿ ਅਧਿਕ ਜਮ ਡੰਡਾ, ਉਹ ਤਾਂ ਬਹੁਤ ਵੱਡੀ ਮਾਰ ਖਾਂਦਾ ਹੈ। ਰੁਚਿਤ ਰੰਗ ਜੋ ਹੋਏ ਮੇਊਰਾ, ਬੋਲਤ ਬਾਣੀ ਅਤ ਸਹਿ ਰੂਰਾ। ਕਹਿੰਦੇ ਉਸ ਬੰਦੇ ਦਾ ਇਸ ਤਰ੍ਹਾਂ ਜਾਣ ਲਈਏ, ਗੁਰੂ ਸਾਹਿਬ ਕਹਿੰਦੇ ਜਿਵੇਂ ਦਿਖਣ ਨੂੰ ਜਿਹੜਾ ਮੋਰ ਹੈ ਬੜਾ ਸੁੰਦਰ ਹੁੰਦਾ ਹੈ। ਮੋਰ ਦੀ ਦਿਖਾਵਟ ਜਿਹੜੀ ਹੈ ਬਹੁਤ ਸੁੰਦਰ ਹੈ। ਜਦੋਂ ਮੋਰ ਬੋਲੀ ਬੋਲਦਾ ਉਹ ਵੀ ਬੜੀ ਸੁੰਦਰ ਬੋਲਦਾ ਹੈ। ਬੇਨ ਬੇਨ ਕਿਰਮਨ ਕੋ ਖਾਹੇ, ਤਿਉ ਦੰਬੇ ਪੇ ਜਾਵ ਜਗ ਮਾਹੀ। ਪਰ ਜਿਹੜਾ ਮੋਰ ਹੈ ਉਹਦੀ ਦਿਖਾਵਟ ਵੀ ਸੁੰਦਰ ਹੈ ਤੇ ਉਹਦੀ ਬੋਲੀ ਵੀ ਬਹੁਤ ਸੁੰਦਰ ਹੈ, ਪਰ ਉਹਦਾ ਜਿਹੜਾ ਖਾਣਾ ਹੈ ਉਹ ਚੁਣ ਚੁਣ ਕੇ ਕੀੜੇ ਖਾਂਦਾ ਹੈ। ਉਸੇ ਤਰ੍ਹਾਂ ਹੀ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੀ ਦਿਖਾਵਟ ਵੀ ਸੁੰਦਰ ਹੁੰਦੀ ਹੈ, ਤੇ ਜਿਹੜੀ ਬੋਲੀ ਹੈ ਬੋਲੀ ਵੀ ਬੜੀ ਨਿਮਰਤਾ ਵਾਲੀ ਹੁੰਦੀ ਹੈ, ਪਰ ਉਹਨਾਂ ਦਾ ਸੁਭਾਅ ਇਹ ਹੁੰਦਾ ਹੈ ਉਹ ਲੁਕ ਛਿਪ ਕੇ ਪਾਪ ਕਰਦੇ ਹਨ। ਲੋਕਾਂ ਨੂੰ ਉਪਦੇਸ਼ ਕੋਈ ਹੋਰ ਦਿੰਦੇ ਨੇ ਪਰ ਆਪਣੇ ਜੀਵਨ ਵਿੱਚ ਕਰਮ ਕੋਈ ਹੋਰ ਕਰਦੇ ਨੇ। ਆਪਾਂ ਵੇਖੀਦੇ ਹਾਂ ਸਮਾਜ ਦੇ ਵਿੱਚ ਕਿੰਨੇ ਸਾਰੇ ਪਖੰਡੀ ਲੋਕ ਜਿਹੜੇ ਸੰਸਾਰ ਵਿੱਚ ਸਾਹਮਣੇ ਆਏ, ਜਿਨ੍ਹਾਂ ਨੂੰ ਰੱਬ ਦੀ ਦਰਗਾਹ ਵਿੱਚ ਤਾਂ ਸਜ਼ਾਵਾਂ ਮਿਲਣੀਆਂ ਹੀ ਮਿਲਣੀਆਂ ਨੇ। ਉਹਨਾਂ ਨੂੰ ਇੱਥੇ ਦੁਨੀਆ ਦੀਆਂ ਅਦਾਲਤਾਂ ਵਿੱਚ ਵੀ ਦੋਸ਼ੀ ਪਾਇਆ ਗਿਆ। ਵੱਡੇ ਵੱਡੇ ਉਹਨਾਂ ਦੇ ਦੋਸ਼ ਲੱਗੇ, ਅਪਰਾਧਾਂ ਦੇ ਦੋਸ਼ ਲੱਗੇ ਕਿ ਐਡੇ ਵੱਡੇ ਵੱਡੇ ਪਾਪ ਉਹਨਾਂ ਨੇ ਸੰਸਾਰ 'ਤੇ ਕੀਤੇ। ਪਰ ਜੇ ਉਹਨਾਂ ਦਾ ਬਾਹਰੋਂ ਜੀਵਨ ਵੇਖਾਂ, ਕਿਸੇ ਨੇ ਆਪਣੇ ਆਪ ਨੂੰ ਰੱਬ ਦੇ ਯਾਰ ਵੀ ਦੱਸਿਆ ਸੀ, ਕਿਸੇ ਨੇ ਆਪਣੇ ਆਪ ਨੂੰ ਰੱਬ ਦੇ ਮੈਸੇਂਜਰ ਵੀ ਦੱਸਿਆ ਸੀ। ਬਾਹਰੋਂ ਕਹਿਣ ਵਾਸਤੇ ਉਹਨਾਂ ਦਾ ਦਿਖਾਵਾ ਵੀ ਸੁੰਦਰ ਸੀ ਤੇ ਉਹਨਾਂ ਦੀ ਜ਼ੁਬਾਨ ਵੀ ਬੜੀ ਸੁੰਦਰ ਸੀ, ਪਰ ਉਹਨਾਂ ਦੇ ਕਰਮਾਂ ਦੇ ਕਰਕੇ ਜਦੋਂ ਉਹਨਾਂ ਦੇ ਕਰਮ ਵੇਖੇ ਉਸੇ ਤਰ੍ਹਾਂ ਹੀ ਸਨ। ਜਿਵੇਂ ਇੱਕ ਮੋਰ ਬੋਲਣ ਕਰਕੇ ਵੀ ਸੁੰਦਰ ਬੋਲਦਾ ਹੈ, ਪਰ ਉਹਦਾ ਸੁਭਾਅ ਹੈ ਉਹ ਕੀੜਿਆਂ ਨੂੰ ਚੁਣ ਚੁਣ ਕੇ ਖਾਂਦਾ ਹੈ। ਉਸੇ ਤਰ੍ਹਾਂ ਪਖੰਡੀਆਂ ਦਾ ਸੁਭਾਅ ਹੁੰਦਾ ਹੈ। ਕਾਮ ਕ੍ਰੋਧ ਪੁਨ ਲੋਭ ਅਧੀਨਾ, ਅਹੰਕਾਰ ਅਤਿਸੈ ਮਨ ਭੀਨਾ। ਪਖੰਡੀ ਕੋਈ ਵੀ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਵਿੱਚ ਹੀ ਹੁੰਦਾ ਹੈ। ਅਹੰਕਾਰ ਦੇ ਨਾਲ ਹਮੇਸ਼ਾ ਹੀ ਆਪਣੇ ਆਪ ਨੂੰ ਬਹੁਤ ਵੱਡਾ ਮੰਨਦਾ ਹੈ। ਪਾਏ ਨਰਕ ਮੈਂ ਕਸ਼ਟ ਵਿਸਾਲਾ, ਤਬ ਪਛਤਾਵੇ ਫਸੇ ਜਮ ਜਾਲਾ। ਇਹੋ ਜਿਹਾ ਪਖੰਡ ਕਰਨ ਵਾਲਾ ਮਨੁੱਖ ਜਿਹੜਾ ਆਪ ਪਖੰਡ ਕਰਦਾ ਹੈ ਤੇ ਦੂਸਰਿਆਂ ਨੂੰ ਪਖੰਡ ਵਿੱਚ ਫਸਾਉਂਦਾ ਹੈ। ਕਵੀ ਜੀ ਕਹਿੰਦੇ ਗੁਰੂ ਸਾਹਿਬ ਨੇ ਸਮਝਾਇਆ ਕਿ ਉਹ ਨਰਕਾਂ ਵਿੱਚ ਪੈਂਦਾ ਹੈ ਤੇ ਵੱਡਾ ਕਸ਼ਟ ਉਠਾਉਂਦਾ ਹੈ। ਜਮਾਂ ਦੀਆਂ ਮਾਰਾਂ ਉਹਨੂੰ ਪੈਂਦੀਆਂ ਨੇ। ਦੋਹਰਾ ਮਿਲੇ ਵਡਾਈ ਨਾਮ ਤੇ, ਸੋ ਉੱਪਰ ਨਹਿ ਔਰ। ਜੇ ਕਿਤੇ ਨਾਮ ਦੀ ਮਹਿਮਾ ਕਿਸੇ ਨੂੰ ਮਿਲ ਜਾਏ, ਨਾਮ ਦੀ ਵਡਿਆਈ ਮਿਲ ਜਾਏ, ਇਸ ਤੋਂ ਉੱਪਰ ਹੋਰ ਕੋਈ ਚੀਜ਼ ਹੈ ਹੀ ਨਹੀਂ। ਨਾਮ ਜਿਹੜਾ ਹੈ ਸਭ ਤੋਂ ਉੱਤਮ ਦਾਤ ਹੈ। ਅਸੀਂ ਅਰਦਾਸ ਵਿੱਚ ਵੀ ਇਹੀ ਬੇਨਤੀ ਕਰਦੇ ਹਾਂ ਨਾ, ਦਾਨਾ ਸਿਰ ਦਾਨ, ਨਾਮ ਦਾਨ। ਦਾਨਾਂ ਵਿੱਚੋਂ ਸਿਰਮੌਰ ਦਾਨ ਹੈ ਜਿਹੜਾ ਨਾਮ ਦਾ ਦਾਨ ਹੈ, ਜਿਹੜਾ ਅਸੀਂ ਗੁਰੂ ਚਰਨਾਂ ਵਿੱਚੋਂ ਮੰਗਦੇ ਹਾਂ। ਇਸ ਤੋਂ ਉੱਪਰ ਹੋਰ ਕੋਈ ਦਾਤ ਨਹੀਂ ਹੈ। ਮਿਲੇ ਉਲਾਮੇ ਤਾਹੇ ਕੋ, ਗੁਰ ਤਜ ਜਾਚੇ ਹੋਰ। ਕਵੀ ਜੀ ਕਹਿੰਦੇ ਉਹਨਾਂ ਨੂੰ ਉਲਾਮੇ ਮਿਲਦੇ ਨੇ ਸਦਾ ਹੀ, ਜਿਹੜੇ ਗੁਰੂ ਨੂੰ ਛੱਡ ਕੇ ਹੋਰ ਪਾਸੋਂ ਮੰਗਦੇ ਨੇ। ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਹੀ ਉਲਾਮੇ ਹੀ ਮਿਲਣਗੇ, ਜਿਨ੍ਹਾਂ ਨੇ ਸਤਿਗੁਰੂ ਦਾ ਦਰ ਛੱਡਿਆ ਤੇ ਹੋਰ ਪਾਸੇ ਮੰਗਦੇ ਤੁਰੇ ਫਿਰ ਰਹੇ ਨੇ। ਚਾਪਈ ਜਬ ਸਤਿਗੁਰ ਅਸ ਬਚਨ ਉਚਾਰੇ, ਦੰਬੇ ਲੱਜਤ ਸਵਾ ਮਝਾਰੇ। ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ, ਜਿਹੜੇ ਲੋਕ ਪਹਿਲਾਂ ਇਹੋ ਗੱਲ ਕਹਿੰਦੇ ਸਨ ਜੀ ਸਮਾਂ ਹੀ ਕਲਯੁਗ ਦਾ ਹੈ,
ਆਪਣੇ ਆਪ ਨੂੰ ਨਹੀਂ ਸੀ ਦੋਸ਼ ਦੇ ਰਹੇ, ਆਪਣੇ ਕਰਮਾਂ ਦੀ ਪਹਿਚਾਣ ਨਹੀਂ ਸੀ ਕਰ ਰਹੇ, ਸਗੋਂ ਕਹਿ ਦਿੰਦੇ ਸੀ ਸਮਾਂ ਹੀ ਐਸਾ ਹੈ, ਇਹ ਸਮਾਂ ਹੀ ਮਾੜਾ ਹੈ। ਆਪਣੇ ਕਰਮ ਮਾੜੇ ਨੇ, ਉਹਨਾਂ ਦਾ ਧਿਆਨ ਨਹੀਂ ਸੀ ਕਰਦੇ। ਜਦੋਂ ਗੁਰੂ ਸਾਹਿਬ ਜੀ ਨੇ ਐਸੇ ਬਚਨ ਉਚਾਰੇ, ਉਹ ਬੜੇ ਸ਼ਰਮਿੰਦੇ ਹੋਏ, ਕਿਉਂਕਿ ਬੰਦਾ ਆਪਣੇ ਆਪ ਨੂੰ ਬਚਾਉਣ ਵਾਸਤੇ ਕੋਈ ਨਾ ਕੋਈ ਢੰਗ ਲੱਭਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਆਪਣੇ ਆਪ ਨੂੰ ਮੁਕਤ ਕਰ ਲਵਾਂ। ਜਾਂ ਤਾਂ ਉਹ ਸ਼ਬਦ ਬਦਲ ਲਏਗਾ, ਤਰੀਕਾ ਬਦਲ ਲਏਗਾ, ਪਰ ਕਰੇਗਾ ਉਹੀ ਕੁਝ ਹੀ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਬਿਲਕੁਲ ਸੱਚ ਬਿਆਨ ਕਰ ਦਿੱਤਾ ਤਾਂ ਪਖੰਡੀ ਲੋਕ ਸਭਾ ਵਿੱਚ ਬੈਠੇ ਬੜੇ ਸ਼ਰਮਿੰਦੇ ਹੋ ਗਏ। ਪੰਡਤ ਪ੍ਰਸ਼ਨ ਕਰੈ ਕਹਿਵਾਨੀ, ਕਹੇ ਉਪਾਸਨਾ ਤੁਮ ਮਨ ਠਾਨੀ। ਹੁਣ ਕੁਝ ਵਿਦਵਾਨ ਜਿਹੜੇ ਉੱਥੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਸਨ, ਉਹਨਾਂ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਕਿ ਤੁਸੀਂ ਮਨ ਵਿੱਚ ਕਿਹਦੀ ਪੂਜਾ ਕਰਦੇ ਹੋ, ਤੁਸੀਂ ਕਿਹਦੇ ਉਪਾਸਕ ਹੋ? ਨਿਰਗੁਣ ਕੈ ਸਰਗੁਣ ਕੀ ਸੇਵਾ, ਕਿਹ ਕੀ ਕਰੋ ਕਹੋ ਨਿਜ ਭੇਵਾ। ਗੁਰੂ ਸਾਹਿਬ ਨੂੰ ਕਹਿੰਦੇ ਤੁਸੀਂ ਨਿਰਗੁਣ ਸਰੂਪ ਦੀ ਸੇਵਾ ਕਰਦੇ ਹੋ ਜਾਂ ਸਰਗੁਣ ਸਰੂਪ ਦੀ ਸੇਵਾ ਕਰਦੇ ਹੋ? ਸਾਨੂੰ ਦੱਸਣਾ ਕਰੋ, ਕਿਹਦੀ ਸੇਵਾ ਤੁਸੀਂ ਕਰਦੇ ਹੋ, ਸਾਰਾ ਭੇਦ ਸਾਨੂੰ ਸਮਝਾਉਣਾ ਕਰੋ। ਸੁਣ ਸ੍ਰੀ ਨਾਨਕ ਬੈਨ ਉਚਾਰੇ, ਪ੍ਰਤਕ ਪ੍ਰਤਕ ਦਵੈ ਨਹੀਂ ਵਿਚਾਰੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਮੈਂ ਭਾਈ ਦੋਵੇਂ ਰੂਪਾਂ ਨੂੰ ਵੱਖਰੇ ਨਹੀਂ ਜਾਣਦਾ। ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ। ਆਪ ਹੀ ਆਓ ਵਾਹਿਗੁਰੂ ਪ੍ਰਮਾਤਮਾ। ਗੁਰੂ ਸਾਹਿਬ ਕਹਿੰਦੇ ਮੈਂ ਇਹਨਾਂ ਦੋਵੇਂ ਰੂਪਾਂ ਨੂੰ ਵੱਖਰੇ ਨਹੀਂ ਜਾਣਿਆ, ਬਿਲਕੁਲ ਇੱਕੋ ਹੀ ਜੋਤ ਹੈ ਰੱਬ ਦੀ। ਭੇਦ ਹੋਏ ਤੋ ਪ੍ਰਤਕ ਸੇਵਾ, ਨਿਰਗੁਣ ਸਰਗੁਣ ਲਖੋ ਅਭੇਵਾ। ਗੁਰੂ ਸਾਹਿਬ ਕਹਿੰਦੇ ਜੇ ਤਾਂ ਵਾਹਿਗੁਰੂ ਦੇ ਰੂਪ ਵਿੱਚ ਕੋਈ ਭੇਦ ਹੋਵੇ, ਕੋਈ ਵੱਖਰਾਪਣ ਹੋਵੇ, ਤਾਂ ਅਸੀਂ ਵੱਖੋ ਵੱਖਰੀ ਪੂਜਾ ਕਰੀਏ, ਪਰ ਨਿਰਗੁਣ ਤੇ ਸਰਗੁਣ ਵਿੱਚ ਕੋਈ ਫਰਕ ਹੀ ਨਹੀਂ ਹੈ, ਉਹ ਇੱਕੋ ਹੀ ਹੈ। ਆਪ ਹੀ ਸਾਰੇ ਰੂਪ ਉਹਦੇ ਬਣਾਏ ਹੋਏ ਨੇ। ਜੋ ਦੋਨੋਂ ਮੈਂ ਭੇਦ ਪਛਾਨੇ, ਸੋ ਮਾਨਵ ਜਾਨੋ ਅਣਜਾਣੇ। ਜਿਹੜਾ ਮਨੁੱਖ ਦੋਵਾਂ ਨੂੰ ਵੱਖੋ ਵੱਖਰੇ ਮੰਨਦਾ ਹੈ, ਨਿਰਗੁਣ ਸਰੂਪ ਨੂੰ ਵੱਖਰਾ ਮੰਨਦਾ ਹੈ, ਸਰਗੁਣ ਸਰੂਪ ਨੂੰ ਵੱਖਰਾ ਮੰਨਦਾ ਹੈ, ਗੁਰੂ ਸਾਹਿਬ ਕਹਿੰਦੇ ਉਹ ਬਿਲਕੁਲ ਹੀ ਅਣਜਾਣ ਮਨੁੱਖ ਹੈ। ਦੋਹਰਾ ਨਿਰਗੁਣ ਹਵੈ ਸਭ ਦੇ ਮੈਂ, ਦ੍ਰਿਸ਼ਟਮਾਨ ਹੈ ਸੋਏ। ਨਿਰਗੁਣ ਦਾ ਭਾਵ ਹੈ ਜਿੱਥੇ ਪਰਮਾਤਮਾ ਜੀ ਕਿਸੇ ਵੀ ਰੂਪ ਵਿੱਚ ਦਿਖਦੇ ਨਹੀਂ ਹਨ, ਕਿਸੇ ਵੀ ਗੁਣ ਵਿੱਚ ਨਹੀਂ ਦਿਖਦੇ, ਪਰ ਜਦੋਂ ਆਪਣਾ ਪਸਾਰਾ ਪਸਾਰਦੇ ਹਨ ਸੰਸਾਰ ਦੇ ਰੂਪ ਦੇ ਵਿੱਚ, ਤਾਂ ਹਰੇਕ ਪਾਸੇ ਉਹਦੀ ਜੋਤ ਵਿਖਦੀ ਹੈ। ਕਿਤੇ ਉਹ ਪੰਛੀਆਂ ਵਿੱਚ ਵੀ ਹੈ, ਦਰਖਤਾਂ ਵਿੱਚ ਵੀ ਹੈ, ਮਨੁੱਖ ਦੇ ਹਿਰਦੇ ਵਿੱਚ ਵੀ ਵਸਿਆ ਹੋਇਆ, ਕਣ ਕਣ ਵਿੱਚ ਮੌਜੂਦ ਹੈ। ਇਹ ਉਹਦਾ ਸਰਗੁਣ ਸਰੂਪ ਹੈ, ਜਿਹਦੇ ਵਿੱਚ ਸਾਰੇ ਰੂਪ ਉਹਦੇ ਆਪਾਂ ਜਦੋਂ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਾਂ, ਸਾਹਿਬ ਨੇ ਕਿਹਾ ਇੱਕ ਪਾਸੇ ਹੇ ਵਾਹਿਗੁਰੂ ਜੀ ਤੇਰੇ ਲੱਖਾਂ ਹੀ ਚਰਨ ਨੇ, ਪਰ ਦੂਸਰੇ ਪਾਸੇ ਵੇਖਦਾ ਤੇਰਾ ਇੱਕ ਵੀ ਪੈਰ ਨਹੀਂ ਹੈ। ਸਰਗੁਣ ਸਰੂਪ ਵਿੱਚ ਵੇਖਦੇ ਹਾਂ ਤਾਂ ਤੇਰੇ ਸਾਰੇ ਜਿੰਨੇ ਮਨੁੱਖਾਂ ਦੇ ਪੈਰ ਨੇ ਸਾਰੇ ਤੇਰੇ ਹੀ ਪੈਰ ਨੇ, ਪਰ ਨਿਰਗੁਣ ਸਰੂਪ ਵਿੱਚ ਤੇਰਾ ਇੱਕ ਵੀ ਪੈਰ ਨਹੀਂ ਹੈ, ਕਿਉਂਕਿ ਤੂੰ ਮਨੁੱਖਾਂ ਦੇ ਪੈਰਾਂ ਤੋਂ ਬਗੈਰ ਵੀ ਹੈਗਾ ਹੈ। ਇੱਕ ਪਾਸੇ ਤੇਰੇ ਦਰਸ਼ਨ ਕਰਦੇ ਹਾਂ ਤੇਰੇ ਲੱਖਾਂ ਹੀ ਨੱਕ ਨੇ, ਪਰ ਦੂਸਰੇ ਪਾਸੇ ਤੇਰਾ ਇੱਕ ਵੀ ਨੱਕ ਨਹੀਂ ਹੈ। ਤੂੰ ਇਹ ਨੱਕਾਂ ਦੇ ਵਿੱਚ ਭਾਵ ਕਿ ਸਰੀਰਾਂ ਵਿੱਚ ਵੀ ਵਿਰਾਜਮਾਨ ਹੈ, ਇਹ ਸਰਗੁਣ ਸਰੂਪ ਹੈ। ਜਦੋਂ ਤੂੰ ਇਸ ਤੋਂ ਬਾਹਰ ਵੀ, ਕਿਉਂਕਿ ਮਨੁੱਖ ਤਾਂ ਮਰ ਜਾਂਦਾ ਹੈ, ਜੀਵ ਮਰ ਵੀ ਜਾਂਦੇ ਹਨ, ਪਰ ਵਾਹਿਗੁਰੂ ਪ੍ਰਮਾਤਮਾ ਜੀ ਸਦਾ ਰਹਿੰਦੇ ਨੇ। ਨਿਰਗੁਣ ਸਰੂਪ ਜਿਹੜਾ ਹੈ ਭਾਵ ਕਿ ਸਾਰਾ ਕੁਝ ਮਿਟਣ ਤੋਂ ਬਾਅਦ ਵੀ ਉਹਦਾ ਰਹਿਣਾ ਹੀ ਨਿਰਗੁਣ ਸਰੂਪ ਹੈ। ਗੁਰੂ ਸਾਹਿਬ ਜੀ ਨੇ ਜਦੋਂ ਸਮਝਾਉਣਾ ਕੀਤਾ, ਕਹਿਣ ਲੱਗੇ ਭਾਈ ਨਿਰਗੁਣ ਸਰੂਪ ਜਦੋਂ ਸਰੀਰਾਂ ਵਿੱਚ ਆ ਕੇ ਵਿਰਾਜਦਾ ਹੈ ਤਾਂ ਉਹ ਸਰਗੁਣ ਸਰੂਪ ਹੋ ਜਾਂਦਾ ਹੈ। ਭਵ ਬੰਧਨ ਮੈਂ ਢਿਗ ਜੇ ਬਾਂਦੇ, ਛੁਟੇ ਤਿਨੇ ਤੇ ਹਰ ਅਰਾਧੇ। ਸਤਿਗੁਰੂ ਕਹਿੰਦੇ ਇਸ ਝਮੇਲੇ ਵਿੱਚ ਨਹੀਂ ਬੰਦੇ ਨੂੰ ਪੈਣਾ ਚਾਹੀਦਾ। ਦੋਵੇਂ ਇੱਕੋ ਹੀ ਰੂਪ ਨੇ, ਨਿਰਗੁਣ ਵੀ ਉਹਦਾ ਹੀ ਰੂਪ ਹੈ ਤੇ ਸਰਗੁਣ ਵੀ ਉਸ ਮਾਲਕ ਦਾ ਹੀ ਰੂਪ ਹੈ। ਬੰਦੇ ਨੂੰ ਪ੍ਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ, ਤਾਂ ਹੀ ਬੰਦੇ ਦਾ ਛੁਟਕਾਰਾ ਹੋ ਸਕਦਾ ਹੈ।
कलमल करो अंत दुखदाई, जपो नाम सब होए सहाई। पाप करन दे नाल बंदे दे जीवन विच दुख आउंदे हन। जिन्ने पाप बंदा करी जांदा है उन्ना ही बंदा दुखी हो जाता है, क्योंकि ये सानू ही लगता हुंदा है कि बंदा पाप कर रहा शायद बड़ा सुखी होएगा। पर गुरु साहब के जो आप बचन पढ़ते हैं, साहब कहते पापी पाप कमावदे करदे हाय हाय। पापी बंदा कदे भी सुखी नहीं हो सकता। हाँ, दिखावे मात्र कोई पाप करने वाला बंदा दिखावे मात्र कह सकता है जी आ वेखो मेरे को किन्ने सुख आराम ने, मैं बड़ा सुखी हाँ। पर जेड़े बचन गुरु की बाणी ने कह दिते वो बचन अटल ने। गुरु की बाणी कहती है पापी बंदा कदे भी सुखी नहीं हुंदा, वो हाय हाय करता है। वो दुनिया नूं भावें दिखावे या ना दिखावे, पर पाप बंदे नूं टिकण नहीं दिंदे। पापी पाप कमावदे करदे हाय हाय, नानक जो मथन मधाणियां त्यो मथे धर्मराए। साहब ने कहा जिवें मधाणियां रिड़क दिंदियां ने, धर्मराज इस तरह बंदे नूं पापी नूं रिड़क दिंदा है। इन्ना उन्होंने अपने कर्मां दा दुख मिलता, वो हाय हाय करता है, वो कदे सुखी नहीं हो सकता। इस करके पाप करके कदे भी सुखी होने बारे ना विचारिए, क्योंकि पाप विचों कदे सुख नहीं निकलता, ये विचों दुख ही निकलता। सुख निकलना है बंदगी विचों, सुख निकलना है सेवा ते सिमरन विचों। इस करके साहब ने क्या पाप करना हमेशा ही दुखदाई है। जपो नाम सब होए सहाई। हे भाई प्यारिओ, परमात्मा जी दे नाम दा जाप करिए, जिहड़ा अंत समय बंदे दे नाल निभदा है। कल मैं हर कीर्तन प्रधाना, पर न जानो इसे समाना। सतगुरां ने कहा जिहदा इस समय दा नाम जी दा तुसीं कलयुग नाम रखिया, ਇਹਦੇ ਵਿੱਚ परमात्मा जी का जस गाउणा ही सब तो वड्डा प्रधान है। इस तो वड्डी होर कोई चीज़ नहीं, इहदे बराबर होर कोई चीज़ नहीं। परमात्मा जी की कीर्ति, परमात्मा जी के रब की वडियाई करनी, ये सब तो वड्डी है। भगत करो सब ही सुख पावो, कष्ट होए जे दंभ कमावो। गुरु नानक साहब महाराज कहते प्यारिओ, जे भगती करोगे तो जीवन में सुखी हो जावोगे, पर जे पखंड करोगे, दंभ कमाओगे तो सतगुरु कहते फिर कष्ट ही पाओगे, दुख ही पाओगे, फिर कदे जीवन च सुख नहीं प्राप्त कर सकते। दोहरा दया सदन ते बदन ते, बचन सुने गत दैन। हृदय सुध बंधन करत, सिख पए मन चैन। जदों उन्हां लोकां ने बिंद्रावन मथुरावन दे लोकां ने गुरु साहब जी के सुखमई बचन सुने, गुरु साहब जी के बचन सुन के उन्होंने हिरदे विच संतोख आ गया, उन्होंने तसल्ली हुई। हृदय सुध बंधन करत, सिख भए मन चैन। मन विच उन्होंने बड़ा चैन आया। उन्होंने गुरु नानक साहब महाराज जी की सिक्ख्या ग्रहण कर ली। अज भी जे मथुरा विच जाइए, उत्थे गुरु की बगीची गुरुद्वारा साहब है, ते बिंद्रावन दे विच कल भी आपां बेनती कीती सी कि गुरु नानक टिल्ला गुरुद्वारा साहब विराजमान है, जिथे गुरु गोबिंद सिंह महाराज भी बाद विच गए ने। दो पातशाहियां दे चरण छूह प्राप्त स्थान है। ते गुरु नानक साहब महाराज जी दे वो पावन स्थान जिथे विराज के सतगुरां ने ये उपदेश दिते ने, उत्थे अज भी संगतां जाके नमस्कारां करदियां ने। चौपई जिते हते जात्री ते थाई, सुन सतगुर टिक आवत ताई। जदों जिन्ने यात्री उत्थे पहुंचे हुए सन, बिंद्रावन मथुरा दे विच दर्शन करने वास्ते आए हुए सन, सारियां ने गुरु नानक साहब की महिमा सुनी, वडियाई सुनी, ते सारे गुरु नानक साहब के दर्शन करने वास्ते आए। बंधन करे उपायन धर कै, बिने भने महापुरख विचर कै। गुरु नानक साहब महाराज जी नूं महापुरख जाणदियां होइयां, संत जाणदियां होइयां, अपनियां पिटावां सतगुरां दे चरनां विच रख के नमस्कारां करदे ने, बहुत प्रेम दे नाल बेनतियां करदे ने। श्री गुरु साहिब इनको दे उपदेसा, सतनाम सिमरो जगतेसा।
ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਨੂੰ ਇੱਕੋ ਉਪਦੇਸ਼ ਦਿੰਦੇ ਨੇ, ਪਿਆਰਿਓ ਜਗਤ ਦੇ ਮਾਲਕ ਉਸ ਈਸ਼ਵਰ ਵਾਹਿਗੁਰੂ ਪ੍ਰਮਾਤਮਾ ਜੀ ਦੇ ਸੱਚੇ ਨਾਮ ਦਾ ਸਿਮਰਨ ਕਰੋ, ਉਹਦੀ ਬੰਦਗੀ ਵਿੱਚ ਜੁੜਨਾ ਕਰੋ। ਭਾਉ ਭਗਤ ਕਰੀਏ ਚਲ ਖੋਏ, ਅਸ ਜੇ ਕਰੋ ਤੁਮਰੀ ਗਤ ਹੋਏ। ਜੇ ਬਲ ਛਲ ਤਿਆਗ ਕੇ ਪ੍ਰੇਮ ਭਗਤੀ ਧਾਰਨ ਕਰੋਗੇ ਭਾਈ, ਫਿਰ ਤੁਹਾਨੂੰ ਸਦਾ ਮੁਕਤੀ ਮਿਲ ਜਾਏਗੀ। ਜੇ ਬਲ ਛਲ ਹੀ ਕਰਦੇ ਰਹੋਗੇ, ਜ਼ਿੰਦਗੀ 'ਚ ਧੋਖੇ ਫਰੇ ਬੇਈਮਾਨੀਆਂ ਕਰਦੇ ਰਹੋਗੇ, ਫਿਰ ਜ਼ਿੰਦਗੀ 'ਚ ਦੁੱਖ ਪ੍ਰਾਪਤ ਹੋਵਣਗੇ। ਦੇਵ ਸਤੀਨ ਤੈ ਰਾਖਿਓ ਡੇਰਾ, ਕਰਕੇ ਮਰਦਨ ਦੰਭ ਕਨੇਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 3 ਦਿਨ ਇਸ ਇਲਾਕੇ ਵਿੱਚ ਰਹੇ। 3 ਦਿਨ ਸਤਿਗੁਰਾਂ ਨੇ ਇਸ ਇਲਾਕੇ ਵਿੱਚ ਰਹਿ ਕੇ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਾਇਆ, ਸੱਚ ਦੇ ਮਾਰਗ ਤੇ ਲੋਕਾਂ ਨੂੰ ਪਾਉਣਾ ਕੀਤਾ ਹੈ। ਆਗੇ ਗਮਨ ਕੀਨ ਗੁਣ ਖਾਨੀ, ਜਾਹੇ ਅਨੇਕ ਉਧਾਰੇ ਪ੍ਰਾਨੀ। ਇੱਥੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਅਗਲੇ ਸਫ਼ਰ ਤੇ ਪ੍ਰਾਣੀਆਂ ਦਾ ਉਧਾਰ ਕਰਨ ਵਾਸਤੇ ਤੁਰ ਪਏ ਨੇ। ਦੋਹਰਾ ਕਰਤਿਓ ਬਚਨ ਬਿਲਾਸ ਕੋ, ਦੁਖ ਨਾਸਕ ਸੁਖਦਾਏ। ਨਗਰ ਅਯੁੱਧਿਆ ਜੈ ਹੁਤੋ, ਚਿਨ ਮੈਂ ਪਹੁੰਚੇ ਆਏ। ਇੱਥੋਂ ਚੱਲ ਕੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਅਯੁੱਧਿਆ ਨਗਰ ਹੈ, ਇਹ ਬਹੁਤ ਸਾਰੀਆਂ ਖਬਰਾਂ ਵਿੱਚ ਵੀ ਰਿਹਾ ਹੈ, ਬਹੁਤ ਸਾਰੇ ਵਿਵਾਦ ਦਾ ਕਾਰਨ ਵੀ ਇਸ ਨਗਰ ਦੇ ਵਿੱਚ ਰਿਹਾ ਹੈ। ਆਪਾਂ ਬਹੁਤ ਸਾਰਾ ਇਹ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਕਹਿ ਲਓ ਧਾਰਮਿਕ ਤੌਰ ਤੇ ਹਿੰਦੂ ਮੁਸਲਮਾਨਾਂ ਦਾ ਇੱਥੇ ਝਗੜਾ ਰਿਹਾ। ਬਾਬਰੀ ਮਸਜਿਦ ਇੱਥੇ ਢਾਈ ਗਈ ਤੇ ਹੁਣ ਬਾਅਦ ਵਿੱਚ ਕੋਰਟ ਦਾ ਫੈਸਲਾ ਆਇਆ ਤੇ ਉੱਥੇ ਰਾਮ ਮੰਦਿਰ ਬਣਨ ਲੱਗਿਆ ਹੈ। ਭਾਵ ਕਿ ਇਹ ਅਯੁੱਧਿਆ ਜਿਹੜੀ ਨਗਰੀ ਹੈ, ਇਹਦਾ ਸੰਬੰਧ ਜਿਹੜਾ ਹੈ ਉਹ ਕਾਫੀ ਜ਼ਿਆਦਾ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਨਗਰੀ ਦੇ ਵਿੱਚ ਹੁਣ ਆ ਪਹੁੰਚੇ ਨੇ। ਭਾਵੇਂ ਕਿ ਕਵੀ ਜੀ ਨੇ ਇੱਥੋਂ ਚੱਲ ਕੇ ਬਿੰਦਰਾਵਨ ਮਥੁਰਾ ਤੋਂ ਚੱਲ ਕੇ ਸਿੱਧੇ ਅਯੁੱਧਿਆ ਦੀ ਜ਼ਿਕਰ ਕੀਤਾ ਹੈ, ਪਰ ਰਸਤੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਹੁਤ ਜਗ੍ਹਾ ਤੇ ਰੁਕੇ ਨੇ, ਜਿੱਥੇ ਗੁਰੂ ਸਾਹਿਬ ਦੀ ਯਾਦ ਵਿੱਚ ਪਾਵਨ ਸਥਾਨ ਬਣੇ ਹੋਏ ਨੇ। ਬਹੁਤ ਸਾਰੇ ਸਥਾਨ ਨੇ, ਉਹ ਭਾਵੇਂ ਲਖਨਊ ਸ਼ਹਿਰ ਦੇ ਵਿੱਚ ਹੈ, ਗੁਰਦੁਆਰਾ ਨਾਕਾ ਹਿੰਡੋਲਾ ਸਾਹਿਬ ਹੈ, ਜਾਂ ਹੋਰ ਵੀ ਰਸਤੇ ਵਿੱਚ ਬਹੁਤ ਸਾਰੇ ਸਥਾਨ ਨੇ, ਕਿਉਂਕਿ ਬਿੰਦਰਾਵਨ ਮਥੁਰਾ ਤੋਂ ਅਯੁੱਧਿਆ ਦਾ ਬਹੁਤ ਲੰਮਾ ਸਫ਼ਰ ਹੈ ਤੇ ਇੱਥੇ ਰਸਤੇ ਵਿੱਚ ਵੀ ਗੁਰੂ ਸਾਹਿਬ ਜੀ ਮਨੁੱਖਤਾ ਦਾ ਭਲਾ ਕਰਦੇ ਗਏ ਨੇ। ਤੇ ਗੁਰੂ ਸਾਹਿਬ ਜੀ ਹੁਣ ਇਸ ਵੇਲੇ ਅਯੁੱਧਿਆ ਨਗਰ ਵਿੱਚ ਗੁਰੂ ਸਾਹਿਬ ਜੀ ਪਹੁੰਚ ਗਏ। ਚੌਪਈ ਸਰਤਾ ਪਰ ਬੈਠੇ ਗੁਰਪੂਰਨ, ਜਗ ਮੈਂ ਦੰਭ ਕੀਨ ਜਿਨ ਚੂਰਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਦੀ ਦੇ ਕਿਨਾਰੇ ਤੇ ਜਾ ਬੈਠੇ ਨੇ। ਸਤਿਗੁਰੂ ਜੀ ਜਿੱਥੇ ਵੀ ਜਾਂਦੇ ਨੇ ਉੱਥੋਂ ਪਖੰਡ ਦਾ ਨਾਸ਼ ਕਰਦੇ ਨੇ ਤੇ ਨਾਮ ਦਾ ਪ੍ਰਕਾਸ਼ ਕਰਦੇ ਆ ਰਹੇ ਨੇ। ਸੁਣ ਸ੍ਰੀ ਨਾਨਕ ਨਾਮ ਕਿਰਪਾਲਾ, ਪੁਰ ਤੇ ਨਰ ਆਏ ਤਤਕਾਲਾ। ਜਦੋਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਬਾਰੇ ਸੁਣਿਆ, ਕਿਉਂਕਿ ਗੁਰੂ ਕੀ ਮਹਿਮਾ ਹੀ ਇੰਨੀ ਮਹਾਨ ਹੈ, ਜਿੱਥੇ ਵੀ ਗੁਰੂ ਬਾਬਾ ਜੀ ਪੈਰ ਧਰਦੇ ਨੇ ਉਹ ਥਾਂ ਹੀ ਸੁਹਾਵਣਾ ਹੋ ਜਾਂਦਾ, ਉੱਥੇ ਮੰਗਲ ਲੱਗ ਜਾਂਦੇ ਨੇ। ਜਦੋਂ ਇਸ ਨਗਰ ਦੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਉਣਾ ਸੁਣਿਆ ਤਾਂ ਤੁਰੰਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਏ। ਹੁਤੇ ਜਹਾਂ ਬੇਦੀ ਕੁਲਦੀਪਾ, ਬੈਠੇ ਪੰਡਤ ਆਨ ਸਮੀਪਾ। ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜੇ ਹੋਏ ਨੇ, ਇੱਥੋਂ ਦੇ ਬਹੁਤ ਸਾਰੇ ਪੰਡਤ ਵੀ ਆ ਕੇ ਗੁਰੂ ਸਾਹਿਬ ਜੀ ਦੇ ਪਾਸ ਹੀ ਬੈਠ ਗਏ। ਬੰਦਨ ਕਰੇ ਭਾਉਰ ਧਰ ਕੈ, ਹਰਖੈ ਸੁੰਦਰ ਰੂਪ ਨੇ ਹਰਕੈ। ਬਹੁਤ ਪ੍ਰੇਮ ਦੇ ਨਾਲ ਆ ਕੇ ਗੁਰੂ ਸਾਹਿਬ ਨੂੰ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ ਤੇ ਸਤਿਗੁਰੂ ਜੀ ਦਾ ਸੁੰਦਰ ਸਰੂਪ ਵੇਖ ਕੇ ਬੜੇ ਪ੍ਰਸੰਨ ਹੋ ਗਏ। ਭਏ ਸਮੀਪ ਪੂਰ ਜਬ ਭੀਰਾ, ਬੋਲੇ ਸਭ ਸੋ ਗੁਣੀ ਗਹੀਰਾ। ਜਦੋਂ ਬਹੁਤ ਸਾਰੀ ਭੀੜ ਸਤਿਗੁਰੂ ਜੀ ਦੇ ਪਾਸ ਇਕੱਠੀ ਹੋ ਗਈ ਤਾਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਰਿਆਂ ਨੂੰ ਇੱਕ ਵਚਨ ਕੀਤਾ
राम गए लेकर संग नगरे, नीच ऊच नर नारी सगरी। गुरु साहब कहने लगे प्यारिओ, श्री रामचंद्र जी ਤਾਂ ਸੁਣਿਆ ਹੈ ਕਿ ਅਯੁੱਧਿਆ ਨਗਰੀ ਦੇ ਵਿੱਚ ਰਹਿਣ ਵਾਲੇ ਹਰੇਕ ਗਰੀਬ ਅਮੀਰ ਨੂੰ, ਊਚ ਨੀਚ ਨੂੰ, ਸਾਰਿਆਂ ਨੂੰ ਹੀ ਵਿਕੁੰਠ ਧਾਮ ਲੈ ਗਏ ਸਨ। ਦੋਹਰਾ ਇਹ ਆਈ कहते ਅਵੈ ਦਿਸਤ ਊਚੇ ਧਾਮ, ਸੁਣ ਪੰਡਤ ਸਭ ਕਹਿਤ ਭੇਜੀ ਲਏ ਸੰਗਰਾਮ। ਹੁਣ ਸਾਰੇ ਲੋਕਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਭਾਈ ਤਾਂ ਗੱਲ ਇਹੀ ਸੁਣੀ ਸੀ ਕਿ ਸਾਰੀ ਅਯੁੱਧਿਆ ਨਗਰੀ ਦੇ ਲੋਕਾਂ ਨੂੰ, ਸਾਰੇ ਅਮੀਰ ਗਰੀਬਾਂ ਨੂੰ ਸ੍ਰੀ ਰਾਮਚੰਦਰ ਜੀ ਨਾਲ ਹੀ ਲੈ ਗਏ ਨੇ, ਪਰ ਜਿਹੜੇ ਆ ਉੱਚੇ ਉੱਚੇ ਘਰ ਹੁਣ ਦਿਖ ਰਹੇ ਨੇ, ਇੰਨੇ ਲੋਕ ਦਿਖ ਰਹੇ ਨੇ, ਭਾਈ ਇਹ ਹੁਣ ਕਿੱਥੋਂ ਆ ਗਏ। ਤਾਂ ਇਹ ਸਾਰਾ ਕੁਝ ਸੁਣ ਕੇ ਪੰਡਿਤ ਕਹਿਣ ਲੱਗੇ ਜੀ ਜਿਹੜੇ ਰਾਮਚੰਦਰ ਜੀ ਸਨ ਉਹ ਆਪਣੇ ਨਾਲ ਇੱਥੇ ਵਸਣ ਵਾਲੇ ਲੋਕਾਂ ਨੂੰ ਲੈ ਕੇ ਜ਼ਰੂਰ ਗਏ ਨੇ, ਪਰ ਇਹ ਨਗਰ ਜਿਹੜਾ ਹੈ ਉਸੇ ਤਰ੍ਹਾਂ ਹੀ ਵਸਦਾ ਹੈ, ਕਿਉਂਕਿ ਘਰ ਵਾਰ ਤਾਂ ਇਸੇ ਤਰ੍ਹਾਂ ਹੀ ਰਹੇ। ਚੌਪਈ ਮੰਦਰ ਸਭ ਧਰਨੀ ਪਰ ਰਹੇ, ਗਏ ਵਿਕੁੰਠ ਜੀਵ ਜੇ ਅਹੇ। ਕਹਿੰਦੇ ਉਹ ਨਗਰ ਤਾਂ ਖਾਲੀ ਹੋ ਗਿਆ, ਪਰ ਉਹ ਤੋਂ ਬਾਅਦ ਫਿਰ ਆ ਕੇ ਲੋਕ ਵਸ ਗਏ। ਜਿਹੜੇ ਜੀਵ ਵਿਕੁੰਠ ਨਹੀਂ ਸੀ ਗਏ ਉਹ ਫਿਰ ਆ ਕੇ ਇਸੇ ਜਗ੍ਹਾ ਤੇ ਵਸ ਗਏ ਹਨ। ਸ੍ਰੀ ਨਾਨਕ ਪੁਨ ਬਹਿਣ ਉਚਾਰੇ, ਗਏ ਵਿਕੁੰਠ ਸੋ ਦਰਸ ਨਿਹਾਰੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਵਚਨ ਕੀਤਾ, ਕਹਿਣ ਲੱਗੇ ਪਿਆਰੇ, ਜਿਹੜੇ ਲੋਕਾਂ ਨੇ ਸ੍ਰੀ ਰਾਮਚੰਦਰ ਜੀ ਦੇ ਦਰਸ਼ਨ ਕੀਤੇ, ਉਹਨਾਂ ਦਾ ਸਿਮਰਨ ਕੀਤਾ ਤੇ ਉਹ ਵਿਕੁੰਠ ਚਲੇ ਗਏ। ਅਬ ਤੁਮ ਤਿਹ ਕੋ ਸਿਮਰਉ ਨਾਮੋ, ਹੋਏ ਤੁਮਾਰੋ ਵਿਕੁੰਠ ਧਾਮੋ। ਸਤਿਗੁਰੂ ਕਹਿੰਦੇ ਪਰ ਪਿਆਰਿਓ ਤੁਹਾਡਾ ਭਲਾ ਤਾਂ ਹੋਣਾ ਜੇ ਤੁਸੀਂ ਪ੍ਰਮਾਤਮਾ ਦੀ ਬੰਦਗੀ ਕਰੋਗੇ। ਰਾਮਚੰਦਰ ਜੀ ਨੇ ਤਾਂ ਜਿਹੜੇ ਲੋਕ ਉਹਨਾਂ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਉਹਨਾਂ ਦਾ ਨਾਮ ਜਪਿਆ, ਉਹਨਾਂ ਨੂੰ ਤਾਂ ਭਲਾ ਕਰ ਦਿੱਤਾ, ਉਹਨਾਂ ਨੂੰ ਵਿਕੁੰਠ ਲੈ ਗਏ। ਪਰ ਸਾਹਿਬ ਕਹਿੰਦੇ ਤੁਸੀਂ ਤਾਂ ਹੀ ਵਿਕੁੰਠ ਜਾ ਸਕਣਾ, ਤੁਹਾਡਾ ਭਲਾ ਤਾਂ ਹੋਣਾ ਜੇ ਤੁਸੀਂ ਪ੍ਰਮਾਤਮਾ ਦੀ ਆਰਾਧਨਾ ਕਰੋਗੇ, ਜੇ ਬੰਦਗੀ ਕਰੋਗੇ। ਗੁਰ ਸੋ ਮਿਲ ਭਗਤੀ ਉਰ ਧਾਰੋ, ਧਿਆਨ ਕਰੋ ਬੰਧਨ ਛੁਟਕਾਰੋ। ਸਤਿਗੁਰੂ ਕਹਿੰਦੇ ਪੂਰੇ ਗੁਰੂ ਦੇ ਚਰਨੀ ਪੈ ਕੇ ਭਗਤੀ ਨਾਲ ਪ੍ਰੇਮ ਪਾਓ, ਪਰਮਾਤਮਾ ਜੀ ਦਾ ਧਿਆਨ ਧਰ ਕੇ ਸਿਮਰਨ ਕਰੋ, ਫਿਰ ਤੁਹਾਡੇ ਬੰਧਨਾਂ ਦਾ ਛੁਟਕਾਰਾ ਹੋਣਾ ਹੈ। ਸਤਿਗੁਰ ਦਰਸ ਸਫਲ ਸੁਖਦਾਈ, ਜਪੋ ਨਾਮ ਹਵੇ ਅੰਤ ਸਹਾਈ। ਕਿਉਂਕਿ ਸਤਿਗੁਰੂ ਜੀ ਦੇ ਬਚਨ ਤੇ ਸਤਿਗੁਰੂ ਦੇ ਦਰਸ਼ਨ ਜਿਹੜੇ ਨੇ ਇਹ ਬੜੇ ਸੁਖਦਾਇਕ ਨੇ। ਜਿਹੜਾ ਮਨੁੱਖ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏ, ਸਤਿਗੁਰੂ ਆਪਣੇ ਪਿਆਰਿਆਂ ਦੇ ਬੰਧਨ ਕੱਟ ਦਿੰਦੇ ਹਨ। ਗੁਰਮੁਖ ਹੋਵੋ ਤਜੋ ਵਿਕਾਰਾ, ਆਪ ਤਰੋ ਕਰ ਪਿਤਰ ਉਧਾਰਾ। ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਯੁੱਧਿਆ ਦੇ ਵਾਸੀਆਂ ਨੂੰ ਉਪਦੇਸ਼ ਦੇ ਰਹੇ ਨੇ, ਕਹਿੰਦੇ ਪਿਆਰਿਓ ਭੈੜੇ ਕਰਮਾਂ ਨੂੰ ਤਿਆਗ ਕੇ ਗੁਰੂ ਵਾਲੇ ਬਣੋ, ਗੁਰਮੁਖ ਜਨ ਬਣੋ, ਜਿਹਦੇ ਨਾਲ ਤੁਹਾਡਾ ਆਪਣਾ ਵੀ ਭਲਾ ਹੋਵੇਗਾ, ਤੁਹਾਡੇ ਪਿਤਰਾਂ ਦਾ ਵੀ ਉਧਾਰ ਹੋ ਜਾਵੇਗਾ। ਦੋਹਰਾ ਸੁਣ ਪੰਡਤ ਬੂਝਨ ਕੀਓ, ਗੁਰੂ ਕਿਤਕ ਪ੍ਰਕਾਰ। ਹੁਣ ਜਿਸ ਵੇਲੇ ਸਤਿਗੁਰਾਂ ਨੇ ਗੁਰੂ ਦੀ ਗੱਲ ਕੀਤੀ ਤਾਂ ਪੰਡਤਾਂ ਨੇ ਪੁੱਛਣਾ ਕੀਤਾ ਜੀ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਗੁਰੂ ਵੀ ਜੇ ਤੁਸੀਂ ਕਹਿ ਰਹੇ ਹੋ ਕਿ ਪੂਰੇ ਗੁਰੂ ਦੇ ਚਰਨੀ ਪਵੋ, ਇਹਦਾ ਮਤਲਬ ਕੋਈ ਅਧੂਰਾ ਵੀ ਹੋਏਗਾ। ਇਸ ਕਰਕੇ ਆਪ ਜੀ ਦੱਸੋ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਉੱਤਰ ਦੇਨੇ ਹੇਤ ਤਬ ਬੋਲੇ ਗੁਰੂ ਉਦਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਦੇ ਕੀਤੇ ਸਵਾਲ ਦਾ ਜਵਾਬ ਦੇਣ ਵਾਸਤੇ ਬਹੁਤ ਪ੍ਰੇਮ ਦੇ ਨਾਲ ਬੋਲੇ। ਚੌਪਈ ਇੱਕ ਪੰਡਤ ਗੁਰ, ਇੱਕ ਅਵਧੂਤਾ, ਮਹਾਂਪੁਰਖ ਇੱਕ ਜੇ ਮਤ ਪੂਤਾ। ਸਤਿਗੁਰੂ ਕਹਿੰਦੇ ਇੱਕ ਗੁਰੂ ਹੁੰਦੇ ਨੇ ਜਿਹੜੇ ਬੜੇ ਵਿਦਵਾਨ ਹੁੰਦੇ, ਦੂਸਰੇ ਹੁੰਦੇ ਨੇ ਜਿਹੜੇ ਅਨਪੜ੍ਹ ਹੁੰਦੇ ਨੇ, ਜਿਨ੍ਹਾਂ ਕੋਲੇ ਗਿਆਨ ਨਹੀਂ ਕੋਈ ਹੁੰਦਾ, ਅਖਰੀ ਗਿਆਨ ਤੋਂ ਵਾਂਝੇ ਹੁੰਦੇ ਨੇ। ਤੀਸਰੇ ਜਿਹੜੇ ਹੁੰਦੇ ਨੇ ਉਹ ਮਹਾਂਪੁਰਖ ਹੁੰਦੇ ਨੇ, ਜਿਨ੍ਹਾਂ ਦੀ ਮੱਤ ਬੜੀ ਪਵਿੱਤਰ ਹੁੰਦੀ ਹੈ। ਲਖਿਆਨ ਸੁਣੋ ਭਿੰਨ ਮਨ ਮਾਨੋ, ਜੇ ਪੰਡਤ ਤਿਨ ਕੋ ਇਉ ਜਾਨੋ। ਗੁਰੂ ਸਾਹਿਬ ਕਹਿੰਦੇ ਹੁਣ ਇਹਨਾਂ ਦੇ ਲੱਛਣ ਵੀ ਜਾਣ ਲਓ ਕਿ ਜਿਹੜੇ ਪੰਡਤ ਭਾਵ ਕੇ ਵਿਦਵਾਨ ਗੁਰੂ ਹੁੰਦੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ।
ਜਿਹੜੇ ਅਵਧੂਤ ਭਾਵ ਕਿ ਅਨਪੜ੍ਹ ਜਿਹੜੇ ਗੁਰੂ ਹੁੰਦੇ ਨੇ ਉਹਨਾਂ ਦਾ ਕੀ ਲੱਛਣ ਹੁੰਦਾ ਹੈ ਤੇ ਮਹਾਂਪੁਰਖ ਗੁਰੂ ਦਾ ਕੀ ਲੱਛਣ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਇਹਨੂੰ ਵੀ ਚੰਗੀ ਤਰ੍ਹਾਂ ਪਹਿਚਾਨਣਾ ਕਰੋ। ਅਣਤਾਰੂ ਜਿਉ ਬਚਨ ਲਾਏ, ਨਦੀ ਪਾਰ ਤਤ ਹੋਠ ਲਖਾਏ। ਕਹਿੰਦੇ ਜਿਵੇਂ ਕਿਸੇ ਨੂੰ ਤੈਰਨਾ ਨਾ ਆਉਂਦਾ ਹੋਵੇ, ਪਾਣੀ ਵਿੱਚ ਤਰਨਾ ਨਾ ਆਉਂਦਾ ਹੋਵੇ, ਤੇ ਉਹ ਕਹੀ ਜਾਵੇ ਜੀ ਨਦੀ ਨੂੰ ਪਾਰ ਕਰਕੇ ਅਗਲੇ ਕਿਨਾਰੇ ਤੇ ਜਾਇਆ ਜਾ ਸਕਦਾ ਹੈ। ਆਪ ਨੂੰ ਉਹਨੂੰ ਤੈਰਨਾ ਨਹੀਂ ਆਉਂਦਾ, ਪਰ ਉਹ ਦੱਸ ਰਿਹਾ ਹੈ ਜੀ ਇਹ ਨਦੀ ਨੂੰ ਪਾਰ ਕਰਕੇ ਦੂਸਰੇ ਪਾਸੇ ਜਾਇਆ ਜਾ ਸਕਦਾ ਹੈ। ਤਰੋ ਤਾਹੇ ਹੋਵੋਗੇ ਪਾਰੂ, ਤਰਨੈ ਜਾਣੇ ਕਰੇ ਉਚਾਰੂ। ਗੁਰੂ ਸਾਹਿਬ ਕਹਿੰਦੇ ਭਾਈ ਜੇ ਬੰਦਾ ਨਦੀ ਵਿੱਚ ਉਤਰ ਕੇ ਤੈਰੇਗਾ, ਕੋਸ਼ਿਸ਼ ਕਰੇਗਾ, ਤਾਂ ਹੀ ਬੰਦਾ ਦੂਸਰੇ ਪਾਸੇ ਜਾ ਸਕਦਾ ਹੈ। ਜੇ ਬੰਦਾ ਕਿਨਾਰੇ ਤੇ ਖੜ ਕੇ ਕੱਲਾ ਦੱਸੀ ਜਾਵੇ ਜੀ ਇਸ ਤਰ੍ਹਾਂ ਹੱਥ ਪੈਰ ਮਾਰੀਦੇ ਨੇ, ਇਸ ਤਰ੍ਹਾਂ ਦੂਸਰੇ ਪਾਸੇ ਚਲਿਆ ਜਾਈਦਾ, ਪਰ ਤੈਰਨਾ ਬੰਦੇ ਨੂੰ ਆਉਂਦਾ ਨਾ ਹੋਵੇ, ਉਹ ਮਨੁੱਖ ਪਾਰ ਨਹੀਂ ਉਤਰ ਸਕਦਾ। ਆਪ ਨਾ ਕਰੈ ਦੇਤਿ ਉਪਦੇਸਾ, ਪੰਡਤ ਗੁਰ ਜਾਣੋ ਤੁਮ ਐਸਾ। ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਵਿਦਵਾਨ ਗੁਰੂ ਹੁੰਦਾ ਹੈ, ਜਿਹਨੂੰ ਪੰਡਤ ਗੁਰੂ ਕਹਿ ਲਓ, ਉਹ ਆਪ ਨਹੀਂ ਕੁਝ ਕਰਦਾ, ਉਹ ਕੇਵਲ ਗੱਲਾਂ ਸੁਣਾਉਂਦਾ ਹੈ, ਉਪਦੇਸ਼ ਦਿੰਦਾ ਹੈ। ਜਿਵੇਂ ਕਿਨਾਰੇ ਤੇ ਖੜ ਕੇ ਨਦੀ ਦੇ ਕਿਨਾਰੇ ਤੇ ਕਿਸੇ ਨੂੰ ਦੱਸ ਦੇਣਾ ਜੀ ਇਸ ਤਰ੍ਹਾਂ ਹੱਥ ਪੈਰ ਮਾਰੋ ਤੇ ਪਾਰ ਉਤਰ ਜਾਓ, ਪਰ ਆਪ ਕਦੇ ਪਾਣੀ ਵਿੱਚ ਉਤਰਿਆ ਨਾ ਹੋਵੇ, ਆਪ ਕਦੇ ਤੈਰ ਕੇ ਵੇਖਿਆ ਹੀ ਨਾ ਹੋਵੇ, ਕੇਵਲ ਪੜ੍ਹ ਕੇ ਸੁਣਾਉਣਾ। ਜੇ ਇਸ ਤਰ੍ਹਾਂ ਬੰਦਾ ਪਾਰ ਹੋ ਜਾਂਦਾ ਹੈ, ਉਹਨੂੰ ਵਿਦਵਾਨ ਗੁਰੂ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਵੇਦ ਪੁਰਾਤਨ ਕਰੇ ਵਖਿਆਨਾ, ਲੋਭ ਮੋਹ ਮੈਂ ਬੈਸ ਵਿਹਾਨਾ। ਜਿਹੜਾ ਇਸ ਤਰ੍ਹਾਂ ਦਾ ਵਿਦਵਾਨ ਗੁਰੂ ਕਹਾਉਂਦਾ ਹੈ, ਉਹ ਕੇਵਲ ਤੇ ਕੇਵਲ ਧਾਰਮਿਕ ਗ੍ਰੰਥਾਂ ਦਾ ਵਿਖਿਆਨ ਕਰਦਾ ਹੈ, ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਗ੍ਰਸਤ ਹੋ ਕੇ ਉਹਦੀ ਉਮਰ ਬਤੀਤ ਹੋ ਜਾਂਦੀ। ਕਿਉਂਕਿ ਗੁਰੂ ਕੀ ਬਾਣੀ ਨੇ ਬਚਨ ਕਹੇ ਨੇ, ਅਵਰ ਉਪਦੇਸੈ ਆਪ ਨਾ ਕਰੈ। ਜਦੋਂ ਦੂਸਰੇ ਨੂੰ ਉਪਦੇਸ਼ ਤਾਂ ਦਿੱਤਾ ਜਾਵੇ, ਸਿੱਖਿਆ ਦੂਸਰੇ ਨੂੰ ਦਿੱਤੀ ਜਾਵੇ, ਪਰ ਬੰਦਾ ਆਪਣੇ ਜੀਵਨ ਵਿੱਚ ਉਸ ਚੀਜ਼ ਨੂੰ ਕਮਾਵੇ ਨਾ, ਤਾਂ ਸਤਿਗੁਰੂ ਕਹਿੰਦੇ ਆਵਤ ਜਾਵਤ ਜਨਮੈ ਮਰੈ। ਉਹ ਮਨੁੱਖ ਤਾਂ ਜਨਮ ਮਰਨ ਦੇ ਚੱਕਰਾਂ 'ਚ ਹੀ ਪਿਆ ਰਹਿੰਦਾ ਹੈ, ਨਾ ਆਪ ਉਹਦਾ ਭਲਾ ਹੁੰਦਾ ਹੈ, ਨਾ ਜਿਹੜਾ ਉਹਦੀ ਸਿੱਖਿਆ ਮੰਨ ਕੇ ਅੱਗੇ ਤੁਰੇਗਾ ਉਹਦਾ ਭਲਾ ਕੀ ਹੋਣਾ ਹੈ। ਕਿਉਂਕਿ ਉਹਨੇ ਆਪ ਉਸ ਰਸਤੇ ਤੇ ਤੁਰ ਕੇ ਨਹੀਂ ਵੇਖਿਆ ਤੇ ਦੂਸਰੇ ਨੂੰ ਰਾਹ ਦਿਖਾ ਰਿਹਾ ਹੈ। ਹੁਣ ਇਸੇ ਤਰ੍ਹਾਂ ਹੀ ਹੈ, ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵਿਦਵਾਨ ਗੁਰੂ ਕਹਾਉਂਦਾ ਹੈ, ਭਾਵ ਜਿਹਦੇ ਕੋਲੇ ਗਿਆਨ ਬਹੁਤ ਹੈ, ਪਰ ਉਹਦਾ ਆਪਣਾ ਕਦੇ ਭਲਾ ਨਹੀਂ ਹੁੰਦਾ। ਦੋਹਰਾ ਪੁੰਨ ਮਿਲਣ ਕੋ ਜਾਣੀਏ, ਹੋਤ ਨਾ ਹਿਰਦੈ ਗਿਆਨ। ਗੁਰੂ ਸਾਹਿਬ ਕਹਿੰਦੇ ਜੇ ਕੋਈ ਮਨੁੱਖ ਐਸੇ ਗੁਰੂ ਨੂੰ ਮਿਲ ਜਾਏ, ਉਹਨੂੰ ਇੰਨਾ ਕੁ ਤਾਂ ਪੁੰਨ ਮਿਲ ਜਾਂਦਾ ਕਿ ਚਲੋ ਉਹਨੇ ਗੁਰੂ ਧਾਰਨ ਕਰਿਆ, ਪਰ ਉਹਨੂੰ ਮੁਕਤੀ ਨਹੀਂ ਕਦੇ ਮਿਲਦੀ। ਕਿਉਂਕਿ ਮੁਕਤੀ ਦਾ ਰਸਤਾ ਉਹ ਬੰਦਾ ਆਪ ਉਹ ਗੁਰੂ ਜਾਣਦਾ ਹੀ ਨਹੀਂ ਹੁੰਦਾ। ਪੁਣ ਜੋ ਹੈ ਅਵਧੂਤ ਗੁਰ, ਵਿਦਿਆ ਤੇ ਅਣਜਾਣ। ਹੁਣ ਸਤਿਗੁਰੂ ਕਹਿੰਦੇ ਦੂਸਰੇ ਗੁਰੂ ਦੇ ਪਹਿਚਾਣ ਕਰ ਲਓ। ਜਿਹੜਾ ਅਵਧੂਤ ਹੈ ਭਾਵ ਕਿ ਅਨਪੜ੍ਹ ਹੈ, ਪਰ ਉਹਨੇ ਤਪੱਸਿਆ ਬਹੁਤ ਕੀਤੀ, ਭਗਤੀ ਬਹੁਤ ਕੀਤੀ ਹੋਈ ਹੈ, ਪਰ ਉਹਦੇ ਕੋਲੇ ਵਿਦਿਆ ਕੋਈ ਨਹੀਂ, ਅਨਪੜ੍ਹ ਹੈ। ਚੌਪਈ ਮਿਲਾ ਸੰਤ ਕੋ ਜੋ ਕਹਿ ਪਾਇਓ, ਭਇਓ ਗਿਆਨ ਔਰ ਮੋਹ ਮਿਟਾਇਓ। ਉਹਨੇ ਸੰਗਤ ਕਰ ਕਰਕੇ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਜੋਗ ਪ੍ਰਾਪਤ ਕਰ ਲਿਆ, ਉਹ ਅੰਦਰੋਂ ਗਿਆਨੀ ਹੋ ਗਿਆ, ਹਿਰਦੇ ਦੀ ਉਹਨੇ ਹਉਮੈ ਮਿਟਾ ਦਿੱਤੀ। ਭਾਵੇਂ ਉਹਦੇ ਕੋਲੇ ਅੱਖਰੀ ਗਿਆਨ ਕੋਈ ਵੀ ਨਹੀਂ, ਪਰ ਚੰਗੇ ਪੁਰਸ਼ਾਂ ਦੀ ਸੰਗਤ ਕਰਕੇ ਅੰਦਰੋਂ ਗਿਆਨਵਾਨ ਹੋ ਗਿਆ। ਆਪ ਤਰੇ ਭਵ ਸਾਗਰ ਸੋਏ, ਔਰ ਉਦਾਹਰਨਾ ਤਿਹ ਤੇ ਹੋਏ। ਇਸ ਤਰ੍ਹਾਂ ਦਾ ਮਨੁੱਖ ਜਿਹੜਾ ਹੈ, ਕਵੀ ਜੀ ਕਹਿੰਦੇ ਗੁਰੂ ਸਾਹਿਬ ਨੇ ਦੱਸਿਆ ਕਿ ਉਹ ਆਪ ਤਾਂ ਤਰ ਜਾਂਦਾ ਹੈ, ਕਿਉਂਕਿ ਉਹਨੇ ਸਾਧੂ ਮਹਾਤਮਾ ਦੀ ਸੰਗਤ ਵਿੱਚ ਰਹਿ ਕੇ ਬਹੁਤ ਕੁਝ ਚੰਗਾ ਸਿੱਖ ਲਿਆ ਹੁੰਦਾ ਹੈ। ਉਹਦਾ ਆਪਣਾ ਭਲਾ ਹੋ ਜਾਂਦਾ ਹੈ, ਪਰ ਦੂਸਰੇ ਦਾ ਭਲਾ ਨਹੀਂ ਉਹ ਕਰ ਸਕਦਾ, ਉਹ ਦੂਸਰੇ ਨੂੰ ਮੁਕਤ ਨਹੀਂ ਕਰ ਸਕਦਾ। ਜਿਉਂ ਜਲ ਵਿਖੈ ਲਸਟ ਕਾ ਜਾਈ, ਆਪ ਤਰੇ ਨ ਔਰ ਤਰਾਈ। ਸਾਹਿਬ ਨੇ ਕਿਹਾ ਜਿਵੇਂ ਪਾਣੀ ਦੇ ਵਿੱਚ ਲਾਠੀ ਜਿਹੜੀ ਹੈ, ਡਾਂਗ ਜਿਹੜੀ ਹੈ, ਉਹ ਤੈਰਦੀ ਹੈ, ਆਪ ਤਾਂ ਤੈਰਦੀ ਹੈ, ਪਰ ਉਹ ਕਿਸੇ ਮਨੁੱਖ ਨੂੰ ਪਾਰ ਨਹੀਂ ਕਰ ਸਕਦੀ। ਇੱਕ ਲਾਠੀ ਦੇ ਨਾਲ ਬੰਦਾ ਪਾਣੀ ਵਿੱਚੋਂ ਆਪ ਨਹੀਂ ਪਾਰ ਹੋ ਸਕਦਾ, ਕਿਉਂਕਿ ਉਹ ਵੀ ਡੁੱਬ ਜਾਏਗੀ। ਉਹਦੇ ਵਿੱਚ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਦੂਸਰੇ ਨੂੰ ਨਾਲ ਪਾਰ ਕਰ ਦੇਵੇ, ਉਹ ਆਪ ਜ਼ਰੂਰ ਤੈਰ ਕੇ ਪਾਰ ਹੋ ਜਾਂਦੀ ਹੈ।
पुण जे महापुरख गुर जानो, सब विद्या मैं निपुण पछाणो। फिर सतगुरु कहते भाई तीसरा गुरु हुंदा जिन्हों महापुरख कहा जाता है। महापुरख जिहड़े गुरु हुंदे ने वो विद्या दे विच निपुण हुंदे ने। तिन को मिले मन जिजे आए, हवे उधार सहजे गत पाई। जिहड़े महापुरख गुरु हुंदे ने उन्हां कोले केवल रुखा ज्ञान नहीं हुंदा, केवल अखरी ज्ञान नहीं हुंदा, उन्हां दे कोल विवेक मत हुंदी है। जिहड़ा भी कोई मनुख ऐसे गुरु के चरणों विच आउंदा है ਉਹਦਾ अपना भी भला हुंदा, कईयां होरां दा भी भला कर दिंदा है। जिहे उपदेसे देह ज्ञाना, ऐसे महापुरख सुखदाना। जिहड़े ऐसे गुरु हुंदे ने वो अपनी जिंदगी दे विच पहलां सारा कुछ कमाउंदे ने। असीं जिहड़े गुरु साहिब दे चरनी सतगुरां ने सानूं जोड़िया, रब्बी बाणी दे चरनी जोड़िया, जिहड़े महापुरखां दी रब्बी बाणी इस गुरु ग्रंथ साहिब महाराज जी दे अंदर दर्ज है, उन्हां सारे महापुरखों ने अपने जीवन में सच नूं कमाया। बड़ा कुछ उन्होंने झलना भी पिया, बड़ियां मुश्किलां भी झलनियां पईयां, शहादतां भी प्राप्त करनियां पईयां, पर उन्होंने सच कमा के दुनिया नूं दस्सिया कि भाई ये रस्ता ही चंगा है। इस रस्ते ते तुरदियां दुख तां जिंदगी च आउंदे ने, पर इस रस्ते ते तुरन दा आनंद वखरा ही है। वो महापुरख सानूं रोज़ सानूं पढ़ाउंदे ने, रोज़ सानूं सिक्ख्या दिंदे ने, जिन्हां ने अपनी जिंदगी च सच कमाया होया। क्योंकि सतगुरां दा सुभाव है सानूं सिक्ख्या वो दित्ती है जिहड़ी गुरु ने पहला अपने जीवन में कमाई है। पहला आप उस रस्ते ते तुर के दिखाया है कि इस रस्ते ते सिक्खा तैं किवें तुरना है। आप तुरे ते सानूं क्या हुण पिछे तुर पाओ। ते गुरु का सिख गुरु के दर्शाए हुए मार्ग ते चलदा है। ते साहब ने इत्थे समझाया, कहण लगे भाई जिहड़ा महापुरख गुरु हुंदा है वो आप उपदेश करके संगतां दा भला करदा है, इससे सुखां दा दाता हुंदा है। दोहरा तिनके देखिया चार नर, जे को आप कमाए। ऐसे गुरु दे बचनां नूं सुन के उन्हां दे आचरण नूं वेख के जिहड़ा मनुख कमाई करन लग पैंदा है, भाव के बचन कमाउण लग पैंदा है, स्वस्थ होत तिन को सदा, जमपुर सो न जाए। ऐसे मनुखां दा सदा ही भला हो जाता है। वो मनुख कदे भी जमां दे धाम नहीं जाते। चौपाई नर जिह पार लंघावण होए, पार करे केवट सम सोए। सतगुरु जी कहते जिहड़े महापुरख रूपी गुरु हुंदे ने वो किसी मनुख नूं मलाह बन के पार उतारते हैं। मलाह कहते हैं जिहड़ा पानी की बेड़ी नूं चलाउंदा है, किश्ती नूं चलाउण वाला मलाह हुंदा है। ते असीं गुरु दे चरनां विच रोज़ अरदास करते हैं, वाहिगुरू नाम जहाज है चढ़े सोतरे पार। ये गुरु साहिब दा जहाज है, गुरु साडी बेड़ी दा मलाह है। हुण जिस वेले मलाह सियाणा होवे, जिहड़े बड़े बड़े जहाज भी चलाउंदे ने, जिहड़े उन्हां नूं चलाउण वाले ने जदों सियाणे हुंदे ने तो बड़े बड़े तूफानां विचों भी जहाज कढ के लै आउंदे ने। पर जे वो अणजाण होण तो थोड़ियां जिहियां लहरां भी झल नहीं पाउंदे, उन्हां दे जहाज डुब जांदे ने। हुण जे बेफिक्र होना होवे तां ऐसे मलाह दी किश्ती विच बैठना चाहिदा है, जिहड़ा मलाह बड़ा तजर्बेकार है। ते गुरु तो वड्डा ऐसा कोई मलाह नहीं जिहड़ा साडी जिंदगी दी बेड़ी नूं पार कर देवे। पर गुरु के बचनां नूं कमाउणा पैंदा है। किसी तुला दे जिह सिर नाए, किनू नौका देत चढ़ाई। गुरु साहब ऐसा राह दस दिंदे ने जिहदे राह ते तुर के बंदे दा अपने आप ही भला हो जाता है। क्योंकि सतगुरां ने मार्ग दिखाउणा है, तुरना सानूं आप ही पैना है। उस रस्ते ते जिहड़ा गुरु साहब जी दर्शाउणगे तुरना सानूं पएगा ते भला गुरु साहब जी करनगे। क्योंकि गुरु साहब जी ने नाल रह के सानूं, जिवें सियाणे कहंदे ने उंगल फड़ के पिता तुरना सिखाउंदा है, उस तरह गुरु साहब जी सानूं धर्म के रस्ते ते तुरना सिखाउंदे ने। एक एक बचन नाल, एक एक सिक्ख्या नाल सानूं दसदे ने भलिया इस तरह इस पास्यों बच। आपां गुरु की बाणी दे बचन भी पढ़ते हैं। साहब कहंदे असीं बच्चिआं दी तरह हां ते बच्चे असीं भुल्ला भी करते हैं, बहुत सारियां गलतियां भी करते हैं। पर जिवें माता पिता झिड़क भी दिंदे ने अपने बच्चों नूं, पर फिर प्रेम करके फिर सीधे रस्ते ते पा दिंदे ने। उस तरह गुरु साहब भी किरपा करते हैं। जदों असीं कोई गलती करते हैं सानूं झिड़कदे भी ने शब्दां दे नाल,
पर फिर प्रेम करके सानू राह भी दिखा देंगे ने, भाई इस रस्ते ते तुरना कर, फिर ही तेरा भला होना है। गुरु साहब साडा भला ही चाहुंदे ने। तेह के दर्शन कलमल जाई, महापुरख गुर सब सुखदाई। सतगुरु कहते जिहड़ा महापुरख गुरु हुंदा है, ਉਹਦੇ ਦਰਸ਼ਨ ਕਰਨ ਦੇ ਨਾਲ ਵੀ ਬੰਦੇ ਦੇ ਪਾਪ ਮਿਟ ਜਾਂਦੇ ਨੇ। ਜਦੋਂ ਕੋਈ ਐਸੇ ਗੁਰੂ ਦੇ ਦਰਸ਼ਨ ਵੀ ਕਰ ਲਵੇ, ਐਸੇ ਗੁਰੂ ਦੀ ਸੰਗਤ ਵਿੱਚ ਬੈਠ ਜਾਏ, ਉਹਦੇ ਭੈੜੇ ਪਾਪ ਦੂਰ ਹੋ ਜਾਂਦੇ ਨੇ। ਗੁਣ ਖਾਨੀ ਤੇ ਸੁਣਿਆ ਸਬਾਨੀ, ਪਰਮ ਪ੍ਰੇਮ ਮੈਂ ਮਤ ਲਪਟਾਨੀ। ਅਯੁੱਧਿਆ ਦੇ ਵਿੱਚ ਜਿਹੜੇ ਪੰਡਤ ਗੁਰੂ ਸਾਹਿਬ ਨਾਲ ਬਚਨ ਵਿਲਾਸ ਕਰ ਰਹੇ ਨੇ, ਤੇ ਕਾਫੀ ਸਾਰੇ ਲੋਕ ਹੋਰ ਵੀ ਬੈਠ ਕੇ ਬਚਨ ਵਿਲਾਸ ਸੁਣ ਰਹੇ ਨੇ। ਜਦੋਂ ਉਹਨਾਂ ਸਾਰਿਆਂ ਨੇ ਗੁਰੂ ਕੇ ਪ੍ਰੇਮ ਭਰੇ ਬਚਨ ਸੁਣੇ, ਮਨ ਵਿੱਚ ਬੜਾ ਪ੍ਰੇਮ ਪੈਦਾ ਹੋ ਗਿਆ ਹੈ। ਗਹਿ ਪਦ ਪੰਕਜ ਬਿਨੈ ਬਖਾਨੇ, ਮੁਕਤ ਦਾਨ ਦਾ ਰੂਪ ਪਛਾਨੇ। ਗੁਰੂ ਸਾਹਿਬ ਜੀ ਦੇ ਚਰਨ ਫੜ ਲੈ, ਚਰਨ ਫੜ ਕੇ ਬੇਨਤੀ ਕਰਦੇ ਨੇ, ਹੇ ਮਾਲਕ ਜੀ ਤੁਸੀਂ ਮੁਕਤੀ ਦੇ ਦਾਤੇ ਹੋ, ਜ਼ਿੰਦਗੀ ਦਾ ਭਲਾ ਕਰਨ ਵਾਲੇ ਹੋ, ਕਿਰਪਾ ਕਰੋ। ਭਵ ਸਾਗਰ ਮੈਂ ਦੁੱਖ ਹੈ ਭਾਰਾ, ਨਿਜ ਕਰਨਾ ਤੇ ਕਰੋ ਉਧਾਰਾ। ਇਸ ਭਵ ਸਾਗਰ ਦੇ ਵਿੱਚ ਬੜੇ ਭਾਰੀ ਦੁੱਖ ਨੇ, ਤੁਸੀਂ ਕਿਰਪਾ ਕਰੋ, ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਡਾ ਭਲਾ ਕਰ ਦਿਓ, ਸਾਡਾ ਉਧਾਰ ਕਰ ਦੇਵੋ। ਦੋਹਰਾ ਸਿੱਖ ਆਪਣੇ ਕੀਜੀਏ, ਸੁਭ ਉਪਦੇਸ਼ ਦ੍ਰਿੜਾਏ। ਜਸ ਤੁਮਰਾ ਸ਼ਰਵਣ ਸੁਣੋ, ਦਰਸ ਦਿਓ ਅਬ ਜਾਏ। ਬੇਨਤੀਆਂ ਕਰਦੇ ਨੇ, ਹੇ ਮਾਲਕ ਜੀ ਰਹਿਮਤ ਕਰੋ, ਸਾਨੂੰ ਸੁਭ ਉਪਦੇਸ਼ ਦਿਓ, ਮਤ ਦੇ ਕੇ ਸਾਨੂੰ ਆਪਣੇ ਸਿੱਖ ਬਣਾਉਣੇ ਕਰੋ। ਅਸੀਂ ਤੁਹਾਡਾ ਜਸ ਬਹੁਤ ਸੁਣਿਆ, ਅੱਜ ਤੁਹਾਡੀ ਸੰਗਤ ਕਰਕੇ ਸਾਡਾ ਮਨ ਨਿਰਮਲ ਹੋ ਗਿਆ, ਸਾਨੂੰ ਦਰਸ਼ਨ ਦੇ ਕੇ ਤੁਸੀਂ ਨਿਹਾਲ ਕਰ ਦਿੱਤਾ ਹੈ। ਚੌਪਈ ਤਿਨ ਕੀ ਦੇਖ ਦੀਨਤਾ ਦਿਆਲਾ, ਦੇਤ ਭਏ ਉਪਦੇਸ਼ ਰਸਾਲਾ। ਇਹਨਾਂ ਅਯੁੱਧਿਆ ਵਾਸੀਆਂ ਦੇ ਪ੍ਰੇਮ ਨੂੰ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਪ੍ਰੇਮ ਦੇ ਘਰ ਵਿੱਚ ਜਾ ਕੇ ਫਿਰ ਇਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਜਗਤ ਜਨੀ ਜੈ ਹਿਰਦੈ ਅਨਿਤਾ, ਸਤਨਾਮ ਸਿਮਰੋ ਨਿਤ ਚਿੱਤਾ। ਗੁਰੂ ਸਾਹਿਬ ਕਹਿੰਦੇ ਭਾਈ ਆ ਸੰਸਾਰ ਦੀ ਜਿਹੜੀ ਖੇਡ ਹੈ, ਇਹਨੂੰ ਸਾਰੇ ਨੂੰ ਵਿੰਸਨ ਹਾਰ ਜਾਣੋ ਤੇ ਸਦਾ ਹੀ ਪ੍ਰਮਾਤਮਾ ਜੀ ਦੇ ਸੱਚੇ ਨਾਮ ਨੂੰ ਚਿੱਤ ਕਰਕੇ ਗਾਉਣਾ ਕਰੋ, ਚਿੱਤ ਵਿੱਚ ਵਸਾਉਣਾ ਕਰੋ। ਮਨ ਰੋਕਣ ਕੋ ਕਰ ਅਭਿਆਸਾ, ਹੈ ਤੁਮ ਕੋ ਪ੍ਰਾਪਤ ਸੁਖ ਰਾਸਾ। ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕਣ ਦਾ ਅਭਿਆਸ ਕਰੋ, ਜਿਹਦੇ ਨਾਲ ਤੁਹਾਡੇ ਜੀਵਨ ਵਿੱਚ ਵੱਡਾ ਸੁੱਖ ਆ ਜਾਵੇਗਾ। ਜਬ ਹੀ ਜਗਤ ਸਤ ਪਛਾਣੋ, ਮਨ ਸੰਕਲਪ ਸੁਖੈ ਨਗਹਾਨੋ। ਸਤਿਗੁਰੂ ਕਹਿੰਦੇ ਜਦੋਂ ਜ਼ਿੰਦਗੀ ਦੀ ਅਸਲੀਅਤ ਨੂੰ ਸਮਝ ਲਵੋਗੇ, ਇਹ ਜ਼ਿੰਦਗੀ ਬਿਨਸਨਹਾਰ ਹੈ, ਇੱਕ ਦਿਨ ਸਾਰਿਆਂ ਨੇ ਤੁਰਨਾ ਹੈ। ਜਿਸ ਦਿਨ ਇਸ ਗੱਲ ਨੂੰ ਸਮਝ ਲਿਆ ਤਾਂ ਸਤਿਗੁਰੂ ਕਹਿੰਦੇ ਮਨ ਦੇ ਵਿਕਾਰਾਂ ਤੋਂ ਸੌਖਿਆਂ ਹੀ ਖਹਿੜਾ ਛੁੱਟ ਜਾਵੇਗਾ। ਇਸ ਪ੍ਰਕਾਰ ਕੋ ਦੇ ਉਪਦੇਸਾ, ਆਗੇ ਗਮਨ ਕੀਨ ਜਗਤੇਸਾ। ਇਸ ਤਰ੍ਹਾਂ ਸਤਿਗੁਰਾਂ ਨੇ ਅਯੁੱਧਿਆ ਦੀ ਨਗਰੀ ਵਿੱਚ ਸੱਚ ਦਾ ਉਪਦੇਸ਼ ਦੇ ਕੇ ਇਸ ਤੋਂ ਅਗਲੇ ਸਫ਼ਰ ਤੇ ਸਤਿਗੁਰੂ ਜੀ ਚੱਲ ਪਏ ਨੇ। ਅੱਜ ਅਯੁੱਧਿਆ ਦੇ ਵਿੱਚ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸੋ ਪ੍ਰਾਪਤ ਸਥਾਨ ਨੇ, ਜਿੱਥੇ ਜਾ ਕੇ ਸੰਗਤਾਂ ਬੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਦਰਸ਼ਨ ਦੀਦਾਰੇ ਕਰਦੀਆਂ ਨੇ। ਗੁਰੂ ਕੇ ਪਿਆਰੇ ਬੜੇ ਪ੍ਰੇਮ ਦੇ ਨਾਲ ਉੱਥੇ ਵੀ ਸੇਵਾ ਸੰਭਾਲ ਕਰ ਰਹੇ ਨੇ। ਭਾਵ ਕਿ ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨੇ, ਉੱਥੇ ਉੱਥੇ ਅੱਜ ਪਾਵਨ ਸਥਾਨ ਸ਼ੋਭਾ ਪਾ ਰਹੇ ਨੇ ਤੇ ਸੰਗਤਾਂ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਨਾਲ ਆਪਣੇ ਮਨ ਨੂੰ ਰੰਗ ਰਹੀਆਂ ਨੇ। ਤੇ ਜਿਹੜੇ ਵੀ ਮਨ ਕਰਕੇ ਗੁਰੂ ਕੇ ਬਚਨਾਂ ਨਾਲ ਜੁੜਦੇ ਨੇ, ਉਹਨਾਂ ਦਾ ਅੱਜ ਵੀ ਭਲਾ ਹੋ ਰਿਹਾ ਹੈ। ਗੁਰਬਾਣੀ ਦੇ ਸਦਾ ਹੀ ਪ੍ਰਵਾਹ ਉਹਨਾਂ ਸਥਾਨਾਂ ਤੇ ਚੱਲ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੀ ਬਾਣੀ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਅਸੀਂ ਕਮਾਉਣ ਵਾਲੇ ਬਣ ਸਕੀਏ, ਤਾਂ ਜੋ ਸਾਡਾ ਵੀ ਭਲਾ ਹੋ ਸਕੇ। ਕਿਉਂਕਿ ਗੁਰੂ ਸਾਹਿਬ ਜੀ ਨੇ ਜਿੱਥੇ ਵੀ ਗਏ ਸਾਰਿਆਂ ਦਾ ਭਲਾ ਹੀ ਕੀਤਾ। ਭਲਾ ਹੋਇਆ ਪਰ ਉਹਨਾਂ ਦਾ ਹੀ ਜਿਨ੍ਹਾਂ ਨੇ ਗੁਰੂ ਕੇ ਬਚਨ ਮੰਨ ਲਏ। ਤੇ ਜੇ ਅਸੀਂ ਵੀ ਮੰਨ ਲਵਾਂਗੇ ਤੇ ਸਾਡਾ ਵੀ ਭਲਾ ਹੋ ਜਾਏਗਾ। ਜੇ ਨਹੀਂ ਮੰਨਾਂਗੇ ਫਿਰ ਤਾਂ ਜਮਾਂ ਦੀਆਂ ਮਾਰਾਂ, ਜਿਵੇਂ ਗੁਰੂ ਸਾਹਿਬ ਨੇ ਦੱਸਿਆ, ਉਹ ਬੰਦਾ ਜੀਵਨ ਵਿੱਚ ਖਾਈ ਜਾਂਦਾ ਹੈ, ਚੋਟਾਂ ਖਾਂਦਾ ਹੈ ਤੇ ਹਮੇਸ਼ਾ ਹੀ ਭਟਕਣਾ ਦੇ ਵਿੱਚ ਪਿਆ ਰਹਿੰਦਾ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੇ ਮਾਰਗ ਤੇ ਚੱਲ ਕੇ ਅਸੀਂ ਆਪਣੇ ਜੀਵਨ ਦਾ ਭਲਾ ਕਰ ਸਕੀਏ, ਤਾਂ ਜੋ ਸਾਡੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਪ੍ਰੇਮ ਸਹਿਤ ਸਾਰੀ ਸੰਗਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਾਹਿਬ ਜੀ।
रोवे रोवे पर्वत स्वामी ओट गई मैं तेरे ना तुम डोलो ना हम गिरते रख ली हर ज्ञान ज्ञान दुर्गम ना जाना और न जाते सबके सतगुरु नानक जिन कल राखे